ਲੋਕ ਰੰਗ ਪੰਜਾਬੀ ਚੈਨਲ ਤੇ ਮੈਂ ਗੁਲਾਬ ਸਿੰਘ ਤੁਹਾਡਾ ਸਵਾਗਤ ਕਰਦਾ। ਦੋਸਤੋ, ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਹਰ ਉਹ ਸ਼ਖਸ ਜਿਸ ਨੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ। ਇਸੇ ਕੋਸ਼ਿਸ਼ ਦੇ ਚੱਲਦਿਆਂ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਮਲੇਰਕੋਟਲਾ ਵਿਖੇ, ਜਿੱਥੇ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸ਼ੇਖ ਇਫਤਖਾਰ ਹੁਸੈਨ ਜੀ ਦੇ ਨਾਲ। ਦੋਸਤੋ, ਸ਼ੇਖ ਸਾਹਿਬ ਨੂੰ ਬਚਪਨ ਤੋਂ ਹੀ ਪੁਰਾਣੀਆਂ ਚੀਜ਼ਾਂ ਨੂੰ ਇਕੱਠਾ ਕਰਨ ਦਾ ਸ਼ੌਕ ਹੈ। ਇਸੇ ਸ਼ੌਕ ਦੇ ਚੱਲਦਿਆਂ ਉਹਨਾਂ ਨੇ ਕਈ ਚੀਜ਼ਾਂ ਦੀ ਕਲੈਕਸ਼ਨ ਕੀਤੀ ਹੋਈ ਹੈ ਤੇ ਇਹਨਾਂ ਹੀ ਕਲੈਕਸ਼ਨਾਂ 'ਚੋਂ ਇੱਕ ਹੈ ਪੋਸਟ ਕਾਰਡ ਵੀ ਕੋਈ 25-30 ਸਾਲ ਪੁਰਾਣੇ ਨਹੀਂ, ਬਲਕਿ ਜਦੋਂ ਦੇ ਭਾਰਤ ਦੇਸ਼ 'ਚ ਸ਼ੁਰੂ ਹੋਏ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਦੇ। ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਸ਼ੇਖ ਇਫਤਖਾਰ ਹੁਸੈਨ ਜੀ ਦੇ ਨਾਲ। ਸਾਡੇ ਨਾਲ ਮੌਜੂਦ ਨੇ ਜੀ ਸ਼ੇਖ ਇਫਤਖਾਰ ਹੁਸੈਨ ਸਾਹਿਬ ਜੀ। ਸ਼ੇਖ ਸਾਹਿਬ, ਸਭ ਤੋਂ ਪਹਿਲਾਂ ਹੀ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਚੈਨਲ 'ਤੇ ਜੀ। ਸ਼ੁਕਰੀਆ ਜਨਾਬ ਜੀ। ਆਪਾਂ ਜੀ ਤੁਹਾਡੀਆਂ ਕਲੈਕਸ਼ਨਾਂ ਦੀ ਗੱਲ ਕਰੀਏ ਜੀ ਤਾਂ ਬੜੀ ਤੁਸੀਂ ਟੌਪਿਕ ਆਪਣੇ ਕੋਲੇ ਸਾਂਭ ਕੇ ਰੱਖੇ ਹੋਏ ਨੇ ਜੀ। ਇੱਕ ਵਾਰੀ ਸਾਨੂੰ ਉਹਨਾਂ ਸਭ ਟੌਪਿਕਾਂ 'ਤੇ ਚਾਨਣਾ ਪਾਓ ਜੀ, ਜਿਹੜੀ ਤੁਸੀਂ ਕਲੈਕਸ਼ਨ ਹੁਣ ਤੱਕ ਇਕੱਠੀ ਕੀਤੀ ਹੈ। ਕਲੈਕਸ਼ਨਾਂ ਤਾਂ ਬਹੁਤ ਨੇ ਜੀ ਮੇਰੇ ਕੋਲ, ਅਤੇ ਅਗਰ ਸ਼ੁਰੂ ਤੋਂ ਮੈਂ ਕਰਾਂ, ਸਟਾਰਟਿੰਗ ਜਿਹੜੀ ਮੇਰੀ ਹੋਈ ਸੀਗੀ ਉਹ ਪੁਰਾਣੇ ਸਿੱਕੇ ਇਕੱਠੇ ਕਰਨ ਤੋਂ ਹੋਈ ਸੀਗੀ। ਸਿੱਕਿਆਂ ਦਾ ਸ਼ੌਕ ਮੈਨੂੰ ਬਚਪਨ ਤੋਂ ਜਦੋਂ ਮੈਂ 7ਵੀਂ ਕਲਾਸ 'ਚ ਪੜ੍ਹਦਾ ਸੀਗਾ, ਔਰ 1974 ਦੀ ਗੱਲ ਹੈ ਜੀ ਇਹ, ਯਾਨੀ ਕਿ 45-46 ਸਾਲ ਹੋ ਗਏ ਮੈਨੂੰ ਇਹ ਕਲੈਕਸ਼ਨਾਂ ਦੇ ਵਿੱਚ ਪਏ ਹੋਏ ਨੂੰ। ਸਿੱਕਿਆਂ 'ਚ ਮੈਂ ਬਹੁਤ ਡੀਪਲੀ ਗਿਆ। ਮੈਂ 2700 ਸਾਲਾਂ 'ਚ ਜਿੰਨੇ ਵੀ ਸਿੱਕੇ ਚੱਲੇ, ਜਦ ਤੋਂ ਸਿੱਕਾ ਇੰਡੀਆ 'ਚ ਸ਼ੁਰੂ ਹੋਇਆ, ਜਦ ਤੋਂ ਲੈ ਕੇ ਅੱਜ ਤੱਕ ਦੇ ਜਿੰਨੇ ਵੀ ਸਿੱਕੇ ਨੇ, ਉਹ ਤਕਰੀਬਨ ਮੇਰੇ ਕੋਲ ਹਰ ਤਰ੍ਹਾਂ ਦੀ ਕਲੈਕਸ਼ਨ ਮੌਜੂਦ ਹੈ। ਪਰ ਉਹ ਐਡੀ ਵੱਡੀ ਹੈ ਕਿ ਮਤਲਬ ਹੁਣ ਉਹ ਕੱਲੀ ਡਾਇਨੈਸਟੀ ਵਾਜ਼ ਮੈਂ ਤੁਹਾਨੂੰ ਕੱਲਾ ਵੰਸ਼ ਨਹੀਂ ਦੱਸ ਸਕਦਾ, ਅਤੇ ਉਹ ਐਗਜ਼ੀਬਿਸ਼ਨ 'ਚ ਹੀ ਕਦੇ ਦਿਖਾਵਾਂਗੇ। ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਸ਼ੌਕ ਹੈ ਉਹ ਸਿੱਕਿਆਂ ਤੋਂ ਥੋੜ੍ਹਾ ਜਿਹਾ ਬਦਲ ਕੇ ਫਿਰ ਪੁਰਾਣੇ ਜ਼ਮਾਨੇ 'ਚ ਜਿਹੜੇ ਰਾਜੇ ਮਹਾਰਾਜੇ ਸਨ 1947 ਤੋਂ ਪਹਿਲਾਂ ਜਿਹੜੀਆਂ ਰਿਆਸਤਾਂ ਹੁੰਦੀਆਂ ਸੀਗੀਆਂ, ਰਿਆਸਤਾਂ ਦੇ ਵਿੱਚ ਅਦਾਲਤਾਂ 'ਚ ਜਿਹੜੇ ਕਾਗਜ਼ ਪੱਤਰ ਚੱਲਦੇ ਸੀਗੇ, ਜਿਵੇਂ ਸਟਾਂਪ ਪੇਪਰ, ਕੋਰਟ ਫੀਸ ਟਿਕਟਾਂ, ਰੈਵਨਿਊ ਟਿਕਟਾਂ, ਉਹਨਾਂ ਕਨੀ ਮੇਰਾ ਧਿਆਨ ਹੋ ਗਿਆ। ਫਿਰ ਮੈਂ ਉਹ ਇਕੱਠਾ ਕਰਨ ਲੱਗ ਗਿਆ ਸਮਾਨ, ਅਤੇ ਉਹ ਲਗਭਗ ਮੇਰੇ ਕੋਲ ਇਸ ਟਾਈਮ ਹਿੰਦੁਸਤਾਨ ਦੀਆਂ 200 ਤੋਂ ਵੱਧ ਰਿਆਸਤਾਂ ਦਾ, ਜਿਨ੍ਹਾਂ 'ਚ ਸਟਾਂਪ, ਕੋਰਟ ਫੀ ਟਿਕਟ ਔਰ ਰੈਵਨਿਊ ਸਟੈਂਪ, ਉਹ ਮੈਨੇ ਬਹੁਤ ਵੱਡੀ ਕਲੈਕਸ਼ਨ ਇਕੱਠੀ ਕੀਤੀ ਹੈ। ਅਤੇ ਉਹਦੇ ਵਾਸਤੇ ਤਾਂ ਮੈਨੂੰ ਲੱਗਦਾ ਵੀ ਅਗਰ ਮੈਂ ਸਾਰੀ ਡਿਸਪਲੇ ਕਰਾਂ ਤਾਂ ਜਗ੍ਹਾ ਬਹੁਤ ਘੱਟ ਜਾਂਦੀ ਹੈ ਜੀ। ਤੁਸੀਂ ਜ਼ਿਕਰ ਕੀਤਾ ਜੀ ਕਿ ਤੁਸੀਂ 40-45 ਸਾਲ ਤੋਂ ਕਰੀਬ ਤੁਸੀਂ ਇਹ ਕਲੈਕਸ਼ਨ ਕਰ ਰਹੇ ਹੋਗੇ, ਵੱਖ-ਵੱਖ ਜੋ ਪਦਾਰਥਾਂ ਦੇ, ਜੋ ਵੱਖ-ਵੱਖ ਤਰ੍ਹਾਂ ਦੀਆਂ ਜੀ। ਉਸ ਸਮੇਂ ਤੁਹਾਡੀ ਏਜ ਕਾਫੀ ਛੋਟੀ ਹੋਣੀ ਹੈਗੀ ਜੀ, ਬਿਲਕੁਲ। ਅਤੇ ਉਦੋਂ ਫਿਰ ਪਰਿਵਾਰ ਨੇ ਤੁਹਾਡਾ ਸਾਥ ਦਿੱਤਾ ਸੀਗਾ, ਮਾਂ ਬਾਪ ਨੇ, ਜਾਂ ਤੁਹਾਨੂੰ ਕੋਈ ਰੋਕਿਆ ਸੀਗਾ, ਰੋਕ ਟੋਕ ਹੋਈ? ਸ਼ੁਰੂਆਤ ਤੋਂ ਬੱਚੇ ਹੀ ਸੀਗਾ, ਮੈਂ 7ਵੀਂ 'ਚ ਪੜ੍ਹਦਾ ਸੀ, ਦੱਸਿਆ ਤੁਹਾਨੂੰ। ਮੇਰੇ ਫਾਦਰ ਸਾਹਿਬ ਦੀ ਸਬਜ਼ੀ ਦੀ ਦੁਕਾਨ ਸੀ। ਮੈਨੂੰ ਇਹ ਝਿੜਕ ਲੱਗੀ ਕਿੱਥੋਂ, ਅਤੇ ਜਦੋਂ ਮੈਂ ਸਕੂਲ 'ਚੋਂ ਆ ਜਾਂਦਾ ਸੀ ਤਾਂ ਦੁਕਾਨ 'ਤੇ ਚਲਾ ਜਾਂਦਾ ਸੀ, ਤਾਂ ਮੈਨੂੰ ਮੇਰੇ ਫਾਦਰ ਸਾਹਿਬ ਦੁਕਾਨ 'ਤੇ ਬਿਠਾ ਕੇ ਕੁਛ ਟਾਈਮ ਵਾਸਤੇ ਉਹ ਆਪਣੇ ਨਮਾਜ਼ ਪੜ੍ਹਨ ਜਾਂਦੇ ਸੀ, ਅਤੇ ਉਦੋਂ ਹੀ ਖਾਣਾ ਖਾ ਕੇ ਆਉਂਦੇ ਸੀਗੇ। ਯਾਨੀ ਕਿ ਉਹ ਅੱਧਾ ਕੁ ਘੰਟਾ, ਪੌਣਾ ਘੰਟਾ, ਮੈਨੂੰ 1 ਘੰਟਾ ਲਾ ਲਓ ਵੀ ਮੈਨੂੰ ਦੁਕਾਨ 'ਤੇ ਬੈਠਣਾ ਪੈਂਦਾ ਸੀਗਾ। ਅਤੇ ਦੁਕਾਨ 'ਤੇ ਜਿਹੜੇ ਉਹ ਭਾਣ ਵਗੈਰਾ, ਛੋਟੇ ਪੈਸੇ ਜਿਹਨਾਂ ਨੂੰ ਕਹਿੰਦੇ ਨੇ, ਉਹ ਆਪਣੇ ਮੂਹਰੇ ਸਿੱਟੀ ਜਾਂਦੇ ਹੁੰਦੇ ਸੀਗੇ। ਮੈਨੇ ਕੀ ਕਰਨਾ, ਉਹਨਾਂ ਨੂੰ ਫਰੋਲੀ ਕਰੀ ਜਾਣੀ, ਚਿਣ ਕੇ ਰੱਖ ਦੇਣਾ ਉਹਨਾਂ ਦੇ ਆਉਂਦਿਆਂ ਨੂੰ, ਅਤੇ ਉਹਨਾਂ ਨੇ ਆ ਕੇ ਵੀ ਤੇਰਾ ਦੁਕਾਨਦਾਰੀ ਦਾ ਧਿਆਨ ਕੋਈ ਨਹੀਂ, ਤੂੰ ਤਾਂ ਬਸ ਪੈਸਿਆਂ ਨੂੰ ਚਿੰਬੜਿਆ ਰਿਹਾ। ਉਹ ਮੈਨੂੰ ਉਹਨਾਂ 'ਚੋਂ ਇੱਕ ਵੇਲੇ 2 ਵਿਦੇਸ਼ੀ ਸਿੱਕੇ ਮਿਲ ਗਏ, ਉਹ ਮੈਨੇ ਅਲੱਗ ਰੱਖਤੇ। ਜਦੋਂ ਫਾਦਰ ਸਾਹਿਬ ਆਏ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਆਹ ਸਿੱਕੇ ਮੈਨੂੰ 2 ਦੇ ਦਿਓ, ਅਤੇ ਉਹ ਲਗਭਗ 98 ਵਰਗੇ ਸੀਗੇ, 8 ਆਨੇ, ਜਿਵੇਂ 50 ਪੈਸੇ ਇੱਦਾਂ ਦੇ ਸਿੱਕੇ ਸੀਗੇ। ਮੈਨੂੰ ਕਹਿੰਦੇ ਤੂੰ ਕੀ ਕਰੇਂਗਾ? ਕਹਿੰਦੇ ਬੱਚੇ ਆ ਗਏ ਹੋਣੇ ਆ, ਚੱਲ ਬੱਚੇ ਚੱਲ ਜਾਣਗੇ। ਮੈਂ ਕਿਹਾ ਜੀ ਨਹੀਂ, ਮੈਨੂੰ ਦੇ ਦਿਓ, ਮੈਂ ਇਹਨਾਂ ਨੂੰ ਰੱਖੂੰਗਾ ਅਲੱਗ, ਵੀ ਆਪਣੇ ਤਾਂ ਹੈ ਨਹੀਂ ਇਹ, ਮੈਨੂੰ ਲੱਗਦਾ ਵੀ ਬਾਹਰਲੇ ਕਿਸੇ ਕੰਟਰੀ ਦੇ ਨੇ। ਉਹਨਾਂ ਨੇ ਕਿਹਾ ਰੱਖੇਂਗਾ, ਲੈ ਜਾ, ਚੱਲ ਤੂੰ ਰੱਖ ਲੈ। ਉਹ 2 ਸਿੱਕੇ ਮੈਨੂੰ ਦੁਕਾਨ ਤੋਂ ਫਾਦਰ ਸਾਹਿਬ ਤੋਂ ਮਿਲੇ, ਔਰ ਉਹ 2 ਸਿੱਕਿਆਂ ਨੇ ਮੇਰਾ ਮਾਈਂਡ ਚੇਂਜ ਕਰਤਾ, ਕਿਉਂਕਿ ਬਚਪਨ ਤੋਂ ਹੀ ਮੈਨੂੰ ਚੀਜ਼ਾਂ ਸੰਭਾਲ ਕੇ ਰੱਖਣ ਦਾ ਸ਼ੌਕ ਤਾਂ ਸੀਗਾ, ਪਰ ਇਹ ਨਹੀਂ ਸੀਗਾ ਕਿ ਮੈਂ ਇੱਦਾਂ ਸਿੱਕਿਆਂ ਦੀ ਕਲੈਕਸ਼ਨ ਕਰੂੰਗਾ। ਉਹ 2 ਸਿੱਕਿਆਂ ਨੇ ਮੇਰਾ ਮਾਈਂਡ ਇੱਦਾਂ ਬਦਲਿਆ ਕਿ ਮੈਨੂੰ ਫਿਰ ਉਸ ਤੋਂ ਬਾਅਦ ਇਹ ਝਿੜਕ ਜਿਹੀ ਲੱਗ ਗਈ ਕਿ ਮੈਂ ਇੱਦਾਂ ਸਿੱਕੇ ਕਰਾਂ। ਸ਼ੁਰੂ 'ਚ ਤਾਂ ਮੈਂ ਵਿਦੇਸ਼ੀ ਸਿੱਕੇ ਇਕੱਠੇ ਕਰਦਾ ਰਿਹਾ। ਹੁਣ ਤੁਸੀਂ ਯਕੀਨ ਮੰਨੋਗੇ ਕਿ ਇਸ ਟਾਈਮ ਮੇਰੇ ਕੋਲ 150 ਤੋਂ ਵੱਧ ਕੰਟਰੀ ਦੇ ਕੋਇਨ ਨੇ ਜੀ। ਪਰ ਸਟਾਰਟਿੰਗ ਤਾਂ ਮਤਲਬ ਮੈਂ ਕਰ ਲਈ ਵਿਦੇਸ਼ੀ ਸਿੱਕਿਆਂ ਤੋਂ, ਬਾਅਦ 'ਚ ਹੌਲੀ ਜਦੋਂ ਮੈਂ ਇਹਦੀ ਡੂੰਘਾਈ 'ਚ ਗਿਆ, ਥੋੜ੍ਹਾ ਜਿਹਾ ਮੈਂ ਡੀਪਲੀ ਸੋਚਿਆ, ਕੁਝ ਸਿੱਕਿਆਂ ਵਾਲਿਆਂ ਨਾਲ ਮੇਰਾ ਕੰਟੈਕਟ ਹੋਇਆ, ਤਾਂ ਮੈਂ ਦੇਖਿਆ ਵੀ ਯਾਰ ਇਹ ਕਲੈਕਸ਼ਨ ਨਹੀਂ ਹੈ। ਕਲੈਕਸ਼ਨ ਤਾਂ ਉਹਨੂੰ ਕਹਿੰਦੇ ਨੇ ਜਿਹੜੇ ਪੁਰਾਣੇ ਤੋਂ ਪੁਰਾਣੇ ਸਿੱਕੇ ਇਕੱਠੇ ਕਰੋ। ਮੈਨੇ ਫਿਰ ਵਿਦੇਸ਼ੀਆਂ ਦਾ ਖਹਿੜਾ ਛੱਡਤਾ, ਫਿਰ ਮੈਂ ਪੁਰਾਣੇ ਸਿੱਕਿਆਂ ਦੀ ਭਾਲ 'ਚ ਸ਼ੁਰੂ ਹੋ ਗਿਆ।
ਪੁਰਾਣੇ ਸਿੱਕਿਆਂ ਨੇ ਮੈਨੂੰ ਚੱਕ ਕੇ ਇਤਿਹਾਸ ਨੇ 2700 ਸਾਲ ਪਿੱਛੇ ਮਾਰਿਆ। ਫਿਰ ਮੈਂ 2700 ਸਾਲ ਵੀ ਇੰਡੀਆ 'ਚ ਜਦੋਂ ਪਹਿਲਾ ਸਿੱਕਾ ਚੱਲਿਆ ਮੈਂ ਉੱਥੋਂ ਸ਼ੁਰੂ ਹੋ ਗਿਆ। ਫਿਰ ਕਰਦਾ ਮੈਂ ਅੱਜ ਤੱਕ ਦੇ ਸਿੱਕਿਆਂ ਦੀ ਮੈਂ ਟੋਟਲ ਕਲੈਕਸ਼ਨ ਕੀਤੀ। ਵੀ ਬਚਪਨ ਤੋਂ ਜਦੋਂ ਸ਼ੁਰੂ ਕੀਤਾ ਉਦੋਂ ਤਾਂ ਮਤਲਬ ਥੋੜ੍ਹੇ ਹੁੰਦੇ ਗਏ, ਜਿਉਂ ਮੈਂ ਵੱਡਾ ਹੁੰਦਾ ਗਿਆ ਮੈਨੂੰ ਥੋੜ੍ਹੀ ਜਿਹੀ ਅਕਲ ਵੀ ਆਉਂਦੀ ਰਹੀ ਅਤੇ ਇਹਦੇ ਬਾਰੇ ਨੌਲੇਜ ਵੀ ਵੱਧਦੀ ਗਈ ਅਤੇ ਮੇਰੀ ਕਲੈਕਸ਼ਨ ਵੀ ਵੱਧਦੀ ਗਈ। ਸ਼ੇਖ ਸਾਹਿਬ, ਜੇ ਅਸੀਂ ਗਲਤ ਨਾ ਹੋਈਏ ਜਾਂ ਅਸੀਂ ਜੋ ਤੁਹਾਡੇ ਬਾਰੇ ਸੁਣਿਆ ਕਿ ਜਿੰਨੀਆਂ ਵੀ ਚੀਜ਼ਾਂ ਤੁਸੀਂ ਹੁਣ ਤੱਕ ਕਲੈਕਟ ਕੀਤੀਆਂ ਨੇ ਉਹਨਾਂ ਦੀ ਹਰੇਕ ਦੀ ਤੁਹਾਨੂੰ ਹਿਸਟਰੀ ਬਕਾਇਦਾ ਤੁਹਾਨੂੰ ਯਾਦ ਵੀ ਹੈ? ਜੀ ਹਾਂ, ਮੈਂ ਇਕੱਲੇ ਸਿੱਕੇ ਬਾਰੇ ਦੱਸ ਸਕਦਾ ਆਪਣੀ ਕਲੈਕਸ਼ਨ ਦਾ। ਹਜ਼ਾਰਾਂ ਸਿੱਕੇ ਮੇਰੇ ਕੋਲ, ਇੱਕ ਅੱਧਾ ਨਹੀਂ। ਇਕੱਲੇ ਰਾਜੇ ਬਾਰੇ ਦੱਸ ਸਕਦਾ ਕਿ ਕਿਹੜੇ ਰਾਜੇ ਦਾ, ਉਹਦਾ ਪੀਰੀਅਡ ਦੱਸ ਸਕਦਾ ਕਿ ਕਦੋਂ ਉਹਨੇ ਰਾਜ ਕੀਤਾ ਔਰ ਉਸ ਵੰਸ਼ 'ਚੋਂ ਕਿੰਨੇ ਰਾਜੇ ਹੋਏ, ਕਿਹੜੇ ਵੰਸ਼ ਤੋਂ ਬਾਅਦ ਕਿਹੜਾ ਰਾਜਾ ਆਇਆ, ਕਿਹੜਾ ਵੰਸ਼ ਚੱਲਿਆ ਅੱਗੇ, ਦਿੱਲੀ 'ਚ ਕਿੰਨੇ ਸੁਲਤਾਨ ਆਏ, ਉਸ ਤੋਂ ਬਾਅਦ ਕਿੰਨੇ ਬਾਦਸ਼ਾਹਾਂ ਨੇ ਰਾਜ ਕੀਤਾ, ਕੱਲਾ ਵੰਸ਼ ਵਾਈਜ਼। ਉਸ ਤੋਂ ਬਾਅਦ ਰਿਆਸਤਾਂ ਦੇ ਸਿੱਕੇ, ਕਿਉਂਕਿ ਉਹਦੇ ਨਾਲ ਫਿਰ ਮੈंने ਸਟੱਡੀ ਕੀਤੀ। ਇੱਕ ਮੈਨੂੰ ਬਚਪਨ ਤੋਂ ਹੋਰ ਆਦਤ ਹੈ, ਮੈਂ ਕਿਸੇ ਵੀ ਚੀਜ਼ ਨੂੰ ਜਦ ਮੈਂ ਇੱਦਾਂ ਨਹੀਂ ਕਿ ਲੈ ਕੇ ਰੱਖ ਲਈ, ਮੈਨੂੰ ਇਹ ਲੱਗਦਾ ਵੀ ਜਿੰਨਾ ਤੱਕ ਮੈਂ ਉਹਦੇ ਬਾਰੇ ਪੂਰੀ ਖੋਜ ਨਾ ਕਰ ਲਵਾਂ ਕਿ ਹੈ ਕਿਹਦਾ ਹੈ, ਕਿ ਓਨੀ ਦੇਰ ਮੈਂ ਉਹਨੂੰ ਕਦੇ ਐਲਬਮ 'ਚ ਨਹੀਂ ਸਿੱਕੇ ਨੂੰ ਲਾਇਆ, ਬਾਹਰ ਰੱਖਿਆ। ਜਦੋਂ ਮੈंने ਉਹਦੀ ਪੂਰੀ ਖੋਜਬੀਨ ਕਰ ਲਈ, ਉਹਦੇ ਬਾਰੇ ਪੂਰੀ ਨੌਲੇਜ ਮੈंने ਲੈ ਲਈ, ਫਿਰ ਸਿੱਕਾ ਮੈंने ਐਲਬਮ 'ਚ ਬਾਕਾਇਦਾ ਉਹਦਾ ਨਾਮ ਲਿਖ ਕੇ ਲਾਇਆ। ਅਤੇ ਉੱਦਾਂ ਨਹੀਂ, ਮੈਂ ਜਿਹੜੀ ਵੀ ਕਲੈਕਸ਼ਨ ਕੀਤੀ ਹੈ ਡੀਪਲੀ ਗਿਆ ਉਹਦੇ 'ਚ। ਅਤੇ ਅੱਜ ਵੀ ਜਿਹੜੀ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਕਿ ਕਿੰਨਾ ਡੀਪਲੀ ਕੰਮ ਕਰਿਆ ਮੈंने। ਜੀ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਸ਼ੇਖ ਸਾਹਿਬ ਜੀ ਨੇ ਸਿੱਕੇ, ਬਰਤਨ ਜਾਂ ਡਾਕ ਟਿਕਟਾਂ ਕਹਿ ਲਈਏ ਜਾਂ ਹੋਰ ਜੋ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਅਦਾਲਤੀ ਕਾਗਜ਼ਾਤ ਹੁੰਦੇ ਸੀਗੇ ਪਹਿਲਾਂ ਪੁਰਾਤਨ ਸਮਿਆਂ ਦੇ, ਉਹ ਸਾਰੇ ਇਹਨਾਂ ਨੇ ਸਾਂਭ ਕੇ ਰੱਖੇ ਹੋਏ ਆ। ਪਰ ਅੱਜ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਪੋਸਟ ਕਾਰਡ ਨੇ। ਪੋਸਟ ਕਾਰਡ ਵੀ ਕੋਈ 100 ਜਾਂ 50 ਸਾਲ ਆਪਾਂ ਪੁਰਾਣੇ ਨਹੀਂ ਕਹਿ ਸਕਦੇ। ਇੰਡੀਆ 'ਚ ਜਦੋਂ ਪੋਸਟ ਕਾਰਡ ਸ਼ੁਰੂ ਹੋਏ ਨੇ ਉਸ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਪੋਸਟ ਕਾਰਡ ਇਹਨਾਂ ਨੇ ਸਾਂਭੇ ਹੋਏ ਨੇ। ਬਕਾਇਦਾ ਉਹਨਾਂ ਨੂੰ ਕਵਰ ਕਰਕੇ ਵੀ ਰੱਖਿਆ ਹੋਇਆ, ਉਹਨਾਂ ਦੀ ਸੰਭਾਲ ਵੀ ਕੀਤੀ ਹੋਈ ਆ। ਸ਼ੇਖ ਸਾਹਿਬ, ਸਾਨੂੰ ਥੋੜ੍ਹਾ ਜਿਹੀ ਇਹ ਸਾਰਾ ਆਪਾਂ ਚੱਲਦੇ ਹਾਂ, ਆਪਾਂ ਸਾਰੇ ਪੋਸਟ ਕਾਰਡ ਵੀ ਦੇਖਾਂਗੇ। ਸਾਨੂੰ ਇਹਦਾ ਦੱਸੋ ਵੀ ਕਿੰਨਾ ਕੁ ਸਮਾਂ ਇਹਨਾਂ ਚੀਜ਼ਾਂ 'ਤੇ ਤੁਹਾਨੂੰ ਲੱਗਿਆ ਹੋਣਾਗਾ, ਪੋਸਟ ਕਾਰਡ ਜੋ ਸਾਂਭ ਕੇ ਰੱਖਿਆ, ਅਤੇ ਟੋਟਲ ਇਹਨਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ ਜੀ? ਸਰ, ਮੈਂ ਗਿਣੇ ਤਾਂ ਕਦੇ ਹੈ ਨਹੀਂ। ਇਹ ਹੁਣ ਤੁਸੀਂ ਕਲੈਕਸ਼ਨ ਦੇਖੋਗੇ ਖੁਦ ਅੰਦਾਜ਼ਾ ਲਾ ਲਓਗੇ ਕਿ ਕਿੰਨੀ ਕੁ ਹੈ। ਮੈਂ ਇੰਨਾ ਕੁ ਦੱਸ ਸਕਦਾ ਤੁਹਾਨੂੰ ਕਿ ਇੰਡੀਆ ਦੇ ਵਿੱਚ ਜਿਹੜਾ ਪਹਿਲਾ ਪੋਸਟ ਕਾਰਡ ਚੱਲਿਆ ਉਹ 1879 ਈਸਵੀ 'ਚ ਚੱਲਿਆ, ਯਾਨੀ ਕਿ ਅੱਜ 141 ਸਾਲ ਹੋ ਗਏ। 141 ਸਾਲ ਪਹਿਲਾਂ ਇੰਡੀਆ 'ਚ ਪਹਿਲਾ ਪੋਸਟ ਕਾਰਡ ਚੱਲਿਆ। ਉਦੋਂ ਅੰਗਰੇਜ਼ਾਂ ਦਾ ਰਾਜ ਸੀ ਔਰ ਅੰਗਰੇਜ਼ਾਂ ਦਾ ਜਿਹੜਾ ਹਾਕਮ ਸੀ ਇੰਡੀਆ ਦੇ ਵਿੱਚ ਉਹ ਵਿਕਟੋਰੀਆ ਕੁਈਨ, ਜਿਹਨੂੰ ਮਹਾਰਾਣੀ ਵਿਕਟੋਰੀਆ ਕਹਿ ਦਿੰਦੇ ਹਾਂ, ਮਹਾਰਾਣੀ ਵਿਕਟੋਰੀਆ ਦਾ ਜ਼ਮਾਨਾ ਸੀਗਾ। ਉਸ ਟਾਈਮ ਪਹਿਲਾ ਪੋਸਟ ਕਾਰਡ ਚੱਲਿਆ ਸੀ। 1879 ਤੋਂ ਲੈ ਕੇ 141 ਸਾਲਾਂ 'ਚ ਅੱਜ ਤੱਕ ਜਿੰਨੇ ਵੀ ਪੋਸਟ ਕਾਰਡ ਚੱਲੇ ਨੇ ਉਹ ਹਰ ਪੋਸਟ ਕਾਰਡ ਮੈंने ਰੱਖਿਆ। ਹਰ ਤਰ੍ਹਾਂ ਦਾ ਮੈਂ ਦਿਖਾ ਸਕਦਾ ਆਪਣੀ ਕਲੈਕਸ਼ਨ ਦੇ ਵਿੱਚ, ਔਰ ਕੋਈ ਮਤਲਬ ਇਹ ਨਹੀਂ ਕਹਿ ਸਕਦਾ ਕਿ ਇਹਦੇ 'ਚ ਫਲਾਣਾ ਪੋਸਟ ਕਾਰਡ ਨਹੀਂ ਹੈ। ਅਤੇ ਕੱਲੀ ਕਲੈਕਸ਼ਨ, ਔਰ ਫਿਰ ਮੈंने ਉਹਨੂੰ ਕੱਲੇ ਬਾਰੇ ਬਾਕਾਇਦਾ ਸਰਕਾਰੀ ਰਿਕਾਰਡ ਨਾਲ ਮਿਲਾ ਕੇ, ਪੋਸਟ ਆਫਿਸ ਦੇ ਰਿਕਾਰਡ ਨਾਲ ਮਿਲਾ ਕੇ ਕਿ ਕਿਹੜਾ ਕਦੋਂ ਇਸ਼ੂ ਹੋਇਆ, ਉਹ ਸਾਰੇ ਅੰਗਰੇਜ਼ਾਂ ਦੇ ਟਾਈਮ ਤੋਂ ਚੱਲ ਕੇ ਫਿਰ 100 ਸਾਲ ਬਾਅਦ ਜਿਹੜਾ ਪੋਸਟ ਕਾਰਡ ਕੱਢਿਆ ਇਹਨਾਂ ਨੇ, ਉਹਦੀ 100 ਸਾਲਾ ਮਨਾਇਆ ਜਸ਼ਨ, ਉਹਦੇ 'ਤੇ ਕਿਹੜਾ ਪੋਸਟ ਕਾਰਡ ਕੱਢਿਆ, ਕਿਹੜੀ ਫੋਟੋ ਛਪੀ, ਕਿੰਨੀ ਕੀਮਤ ਵੱਧਦੀ ਗਈ। ਪਹਿਲਾ ਪੋਸਟ ਕਾਰਡ ਜਿਹੜਾ ਕੱਢਿਆ ਸੀ ਉਹਦੇ 'ਤੇ ਕੀਮਤ ਲਿਖੀ ਸੀ 1 ਕੁਆਟਰ ਆਨਾ, ਯਾਨੀ ਕਿ 1 ਪੈਸਾ। ਉਦੋਂ ਆਨੇ 'ਚ 4 ਪੈਸੇ ਹੁੰਦੇ ਸੀਗੇ, 64 ਪੈਸਿਆਂ ਦਾ ਆਨਾ ਹੁੰਦਾ ਸੀਗਾ। ਅੱਜ 100 ਪੈਸੇ ਦਾ 1 ਰੁਪਇਆ, ਉਦੋਂ 1 ਰੁਪਇਆ 64 ਪੈਸਿਆਂ ਦਾ ਹੁੰਦਾ ਸੀਗਾ। ਔਰ 16 ਆਨੇ ਹੁੰਦੇ ਸੀਗੇ, 16 ਚੌਕਾ 64, ਇੱਕ ਆਨੇ ਦੇ ਵਿੱਚ 4 ਪੈਸੇ ਹੁੰਦੇ ਸੀਗੇ। ਤਾਂ ਇਸ ਪੋਸਟ ਕਾਰਡ ਦੀ ਜਿਹੜੀ ਉਹਨਾਂ ਨੇ ਕੀਮਤ ਰੱਖੀ ਸੀ 1 ਪੈਸਾ, 1 ਕੁਆਟਰ ਆਨਾ, ਅਤੇ ਉਹਦੇ ਉੱਪਰ ਮਹਾਰਾਣੀ ਵਿਕਟੋਰੀਆ ਦੀ ਫੋਟੋ ਛਾਪੀ ਸੀ। ਔਰ ਉਹ ਪੋਸਟ ਕਾਰਡ ਅੱਜ ਜਿਹੜਾ ਆਪਾਂ ਦੇਖ ਰਹੇ ਹਾਂ ਇਹਦੇ ਨਾਲੋਂ ਸਾਈਜ਼ ਛੋਟਾ ਸੀਗਾ ਉਹ। ਜੀ, ਆਪਾਂ ਦੇਖੀਏ ਜੀ, ਆਪਾਂ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ ਜੀ। ਅਤੇ ਦੋਸਤੋ, ਅਸੀਂ ਜੋ ਤੁਹਾਨੂੰ ਪਹਿਲੇ ਪੋਸਟ ਕਾਰਡ ਦਿਖਾਉਣ ਜਾ ਰਹੇ ਹਾਂਗੇ ਉਹ 1879 ਜਦੋਂ ਸ਼ੁਰੂ ਹੋਇਆ ਸੀਗਾ ਪੋਸਟ ਕਾਰਡ ਇੰਡੀਆ ਦੇ ਵਿੱਚ, ਇਹ ਉਸ ਜ਼ਮਾਨੇ ਦੇ ਨੇ। ਅਤੇ ਸਾਨੂੰ ਸ਼ੁਰੂ ਤੋਂ ਦੱਸੋ ਜੀ, ਇਹ ਜਦੋਂ ਆਪਣਾ ਪਹਿਲਾ ਇੰਡੀਆ ਦੇ ਵਿੱਚ ਪੋਸਟ ਕਾਰਡ ਜੋ ਸ਼ੁਰੂ ਹੋਇਆ ਸੀਗਾ? 1879 'ਚ ਪਹਿਲਾ ਪੋਸਟ ਕਾਰਡ ਸ਼ੁਰੂ ਹੋਇਆ। ਉਹ ਪੋਸਟ ਕਾਰਡ ਈਸਟ ਇੰਡੀਆ ਕੰਪਨੀ ਦੇ ਨਾਮ 'ਤੇ ਇਸ਼ੂ ਹੋਇਆ ਸੀਗਾ, ਕਿਉਂਕਿ ਉਦੋਂ ਅੰਗਰੇਜ਼ਾਂ ਦਾ ਜਿਹੜਾ ਸੀਗਾ ਉਹ ਈਸਟ ਇੰਡੀਆ ਨਾਮ ਦੇ ਤਲੇ ਹੀ ਉਹ ਆਪਣੀ
ਹਕੂਮਤ ਕਰਦੇ ਸੀਗੇ, ਰਾਜ ਸ਼ੁਰੂ ਕਰਿਆ ਸੀਗਾ ਉਹਨਾਂ ਨੇ। ਉਹਦੇ ਪਰ ਮਹਾਰਾਣੀ ਵਿਕਟੋਰੀਆ ਦੀ ਇਹਨਾਂ ਨੇ ਫੋਟੋ ਛਾਪੀ ਹੋਈ ਹੈ ਔਰ ਉਹਦੇ ਤੇ 1 ਕੁਆਟਰ ਆਨਾ ਲਿਖਿਆ ਹੋਇਆ, ਉਹਦੀ ਕੀਮਤ ਲਿਖੀ ਹੋਈ ਹੈ ਔਰ ਨਾਲ ਉਹਨਾਂ ਨੇ ਈਸਟ ਇੰਡੀਆ ਪੋਸਟ ਕਾਰਡ ਪ੍ਰਿੰਟ ਕਰਿਆ ਹੋਇਆ ਜੀ। ਤੇ ਇਹ ਮਤਲਬ 1879 'ਚ ਜਿਹੜਾ ਪਹਿਲਾ ਪੋਸਟ ਕਾਰਡ ਇਸ਼ੂ ਹੋਇਆ, ਮੈਂ ਉਸ ਤੋਂ ਸ਼ੁਰੂ ਕਰਿਆ। ਮਹਾਰਾਣੀ ਵਿਕਟੋਰੀਆ ਜਿਹੜੀ ਸੀਗੀ ਉਹ ਪਹਿਲਾਂ 1879 ਤੋਂ ਪਹਿਲਾਂ ਚੱਲੀ ਆ ਰਹੀ ਸੀ, ਕਿਉਂਕਿ ਪੋਸਟ ਕਾਰਡ 1879 'ਚ ਸ਼ੁਰੂ ਹੋਇਆ। ਮੈਨੇ ਇਸ ਕਰਕੇ 1879 ਤੋਂ 1903 ਤੱਕ ਮਹਾਰਾਣੀ ਵਿਕਟੋਰੀਆ ਦੇ ਪੋਸਟ ਕਾਰਡ ਚੱਲੇ ਜੀ। ਮਹਾਰਾਣੀ ਵਿਕਟੋਰੀਆ ਦੀ 1901 'ਚ ਡੈਥ ਹੋ ਜਾਂਦੀ ਹੈ, ਮਗਰ 2 ਸਾਲ ਬਾਅਦ ਤੱਕ ਉਹਦੇ ਪੋਸਟ ਕਾਰਡ ਚੱਲਦੇ ਰਹੇ ਨੇ। ਕਰੀਬ 24 ਸਾਲ 24 ਸਾਲ ਉਹਦੇ ਪੋਸਟ ਕਾਰਡ, ਉਹ 24 ਸਾਲਾਂ 'ਚ ਹਰ ਸਾਲ ਦਾ ਮੈਨੇ ਪੋਸਟ ਕਾਰਡ ਲਾਇਆ ਹੋਇਆ, ਕੋਈ ਸਾਲ ਇਹੋ ਜਿਹਾ ਨਹੀਂ। ਉਹ ਹੁਣ ਤੁਸੀਂ ਕਹੋਗੇ ਕਿ ਸਾਲ ਪੋਸਟ ਕਾਰਡ ਤਾਂ ਇੱਕੋ ਜਿਹੇ ਨੇ, ਇਹਨਾਂ ਉੱਪਰ ਜਿਹੜੀ ਕੈਂਸਲੇਸ਼ਨ ਦੀ ਮੋਹਰ ਲੱਗੀ ਹੋਈ ਹੈ ਜੀ। ਉਹ ਮੋਹਰ ਤੇ ਡੇਟ ਔਰ ਈਅਰ ਲਿਖਿਆ ਹੋਇਆ ਹੁੰਦਾ, ਤੁਸੀਂ ਕੱਲੀ ਡੇਟ ਚੈੱਕ ਕਰ ਸਕਦੇ ਹੋ, ਹਰ ਈਅਰ ਦਾ ਤੁਹਾਨੂੰ ਪੋਸਟ ਕਾਰਡ ਮਿਲੇਗਾ ਜੀ। ਹਾਂਜੀ ਦੋਸਤੋ, ਅਸੀਂ ਦੇਖ ਵੀ ਪੜ੍ਹ ਵੀ ਪਾ ਰਹੇ ਹਾਂ 2 ਅਪ੍ਰੈਲ 1887 ਜਾਂ ਸ਼ਾਇਦ 1897 ਦੇ ਪੋਸਟ ਕਾਰਡ ਇੱਥੇ ਪਏ ਨੇਗੇ। ਇਹ ਉਸ ਤੋਂ ਪਹਿਲਾਂ ਦੇ ਵੀ ਸਾਰੇ ਇੱਥੇ ਪਏ ਨੇਗੇ। 84 ਦਾ ਜੀ। ਹਾਂਜੀ, ਇਹ 85 ਦਾ ਜੀ। ਜੀ, ਇਹ 86 ਦਾ 85 ਪੜਿਆ ਜਾ ਰਿਹਾ ਹੈ ਜੀ। ਬਾਗਾ 10 ਜਨਵਰੀ 1885 ਜੀ। ਮਤਲਬ ਮੈਨੇ ਇਹ ਕੋਸ਼ਿਸ਼ ਕੀਤੀ ਹੈ ਕਿ ਹਰ ਈਅਰ ਦਾ ਪੋਸਟ ਕਾਰਡ ਇਹਦੇ ਤੇ ਲਾਵਾਂ। ਇਸ ਤੋਂ ਬਾਅਦ ਫਿਰ ਐਡਵਰਡ 7 ਦਾ ਦੌਰ ਆ ਗਿਆ ਸੀਗਾ ਜੀ। ਹਾਂਜੀ, ਐਡਵਰਡ 7 ਦੇ ਪੋਸਟ ਕਾਰਡ ਬਿਲਕੁਲ ਸੇਮ ਉਸ ਤਰ੍ਹਾਂ ਦੇ ਹੀ ਛਪੇ, ਉੱਦਾਂ ਹੀ ਫੋਟੋ ਛਪੀ ਉਹਦੀ ਉੱਪਰ, ਉਹੀ ਕੀਮਤ ਰੱਖੀ ਗਈ। ਇਹ ਜੀ ਆਪਾਂ ਦੇਖ ਰਹੇ ਹਾਂ ਵੀ 1903 ਤੱਕ ਕੁਈਨ ਵਿਕਟੋਰੀਆ ਜੀ ਦੇ ਉਹਨਾਂ ਦੇ ਕਾਰਡ ਆਏ। ਹਾਂਜੀ, 1901 ਤੋਂ 10 ਤੱਕ ਆਏ। ਇਹ ਜਿਹੜਾ 1901 ਤੋਂ ਲੈ ਕੇ 3 ਤੱਕ ਦਾ ਜੋ ਸਮਾਂ ਸੀਗਾ, ਉਦੋਂ ਫਿਰ ਦੋਨਾਂ ਦੇ ਨਾਮ ਤੇ ਹੀ ਪੋਸਟ ਕਾਰਡ ਚੱਲੇ ਸੀ? ਨਹੀਂ, ਉਦੋਂ ਜਾਰਜ ਦੇ ਪੋਸਟ ਕਾਰਡ ਨਹੀਂ ਹਜੇ ਛਪੇ ਸੀਗੇ, ਵਿਕਟੋਰੀਆ ਦੇ ਹੀ ਚੱਲਦੇ ਰਹੇ। ਜਾਰਜ ਭਾਵੇਂ ਕਿ 1901 ਦੇ ਵਿੱਚ ਰਾਜਾ ਬਣ ਗਿਆ ਸੀਗਾ, ਪਰ ਉਹਦੇ ਪੋਸਟ ਕਾਰਡ ਜਿਹੜੇ ਛਪੇ ਨੇ 1903 ਤੋਂ ਬਾਅਦ ਹੀ ਛਪੇ ਨੇ, 1903 'ਚ ਛਪੇ ਨੇ ਯਾਨੀ ਕਿ। ਪਰ ਉਹਨੇ ਰਾਜ ਜਿਹੜਾ 1901 ਤੋਂ 1910 ਤੱਕ ਕੀਤਾ, ਇਹ ਮੈਨੇ ਉਹਦੇ ਰਾਜ ਦਾ ਪੀਰੀਅਡ ਲਿਖਿਆ। ਔਰ ਪੋਸਟ ਕਾਰਡ ਉਹਦਾ 1903 'ਚ ਆਇਆ ਔਰ 13 ਤੱਕ ਚੱਲਦਾ ਰਿਹਾ, 1913 ਤੱਕ। ਔਰ 13 ਤੱਕ ਦੇ ਮੈਨੇ ਲਾਏ ਹੋਏ ਨੇ, ਜਿਹੜਾ ਮਿਲਿਆ ਮੈਨੂੰ, ਮਤਲਬ ਮੈਨੇ ਉਹ ਲਾਇਆ। ਔਰ ਉਹਨੇ ਪੋਸਟ ਕਾਰਡ ਦਾ ਸਾਈਜ਼ ਵੀ ਉਹੀ ਰੱਖਿਆ ਸੀਗਾ ਔਰ ਇਹਦੇ ਤੇ ਨਾਮ ਬਦਲ ਗਿਆ ਸੀਗਾ। ਪਹਿਲਾਂ ਛਪਿਆ ਜਿਹੜਾ ਈਸਟ ਇੰਡੀਆ ਪੋਸਟ ਕਾਰਡ, ਇੱਥੇ ਆ ਗਿਆ ਇੰਡੀਆ ਪੋਸਟ ਕਾਰਡ ਜੀ। ਇਹਦੇ 'ਚ ਇੰਨਾ ਕੁ ਬਦਲਾਅ ਹੋ ਗਿਆ, ਈਸਟ ਇੰਡੀਆ ਪੋਸਟ ਕਾਰਡ ਦੇ ਬਦਲੇ ਇੰਡੀਆ ਪੋਸਟ ਕਾਰਡ ਹੋ ਗਿਆ। ਕਿਉਂਕਿ ਬ੍ਰਿਟਿਸ਼ ਇੰਡੀਆ ਜਿਹੜੀ ਸੀ ਉਸ ਟਾਈਮ, ਈਸਟ ਇੰਡੀਆ ਦਾ ਨਾਮ ਬਦਲ ਕੇ ਬ੍ਰਿਟਿਸ਼ ਇੰਡੀਆ ਹੋ ਗਿਆ ਸੀਗਾ, ਇਸ ਕਰਕੇ ਉਹਨਾਂ ਨੇ ਫਿਰ ਇੰਡੀਆ ਪੋਸਟ ਕਾਰਡ ਲਿਖਿਆ ਇਹਦੇ ਤੇ। ਔਰ ਇਹਦੇ ਦੌਰ 'ਚ ਹੀ ਕਾਰਡ ਦਾ ਜਿਹੜਾ ਸਾਈਜ਼ ਸੀਗਾ ਉਹ ਵੱਡਾ ਹੋ ਗਿਆ ਸੀਗਾ ਜੀ, ਜਿਹੜਾ ਅੱਜ ਆਪਾਂ ਨੂੰ ਕਾਰਡ ਦੇਖ ਰਹੇ ਹਾਂ। ਕਿਉਂਕਿ ਉਦੋਂ ਫਿਰ ਪਬਲਿਕ ਨੇ ਇਹ ਸ਼ਿਕਾਇਤ ਕੀਤੀ ਕਿ ਛੋਟਾ ਕਾਰਡ ਹੈ, ਇਹਦੇ ਤੇ ਸਾਡਾ ਜੋ ਲਿਖਣਾ ਹੁੰਦਾ ਪੂਰਾ ਨਹੀਂ ਹੁੰਦਾ, ਇਸ ਕਰਕੇ ਵੱਡਾ ਕੀਤਾ ਜਾਵੇ। ਫਿਰ ਉਹ ਲੋਕਾਂ ਦੀ ਜਿਹੜੀ ਸੀ ਉਹ ਗੱਲ ਮੰਨਣ ਤੋਂ ਬਾਅਦ ਉਹਨਾਂ ਨੇ ਫਿਰ ਪੋਸਟ ਕਾਰਡ ਦਾ ਸਾਈਜ਼ ਵੱਡਾ ਕਰਤਾ, ਯਾਨੀ ਕਿ ਐਡਵਰਡ 7 ਦੇ ਟਾਈਮ 'ਚ ਹੀ ਸਾਈਜ਼ ਬਦਲ ਗਿਆ ਸੀਗਾ ਜੀ। ਸ਼ੇਖ ਸਾਹਿਬ, ਇੱਕ ਹੀ ਸਾਡਾ ਸਵਾਲ ਹੈ ਕਿ 1879 ਤੋਂ ਪੋਸਟ ਕਾਰਡ ਇੰਡੀਆ 'ਚ ਸ਼ੁਰੂ ਹੋਏ, ਉਸ ਤੋਂ ਪਹਿਲਾਂ ਚਿੱਠੀ ਪੱਤਰ ਪਹੁੰਚਾਉਣ ਦਾ ਕੋਈ ਇੰਡੀਆ ਦੇ ਵਿੱਚ ਕੋਈ ਸੀਗਾ ਉਸ ਸਮੇਂ ਦਾ ਕੋਈ ਪ੍ਰਬੰਧ? ਜੀ, ਬਹੁਤ ਵਧੀਆ ਸਵਾਲ ਕਰਿਆ ਤੁਸੀਂ। ਇੰਡੀਆ 'ਚ ਜਿਹੜਾ ਚਿੱਠੀ ਪੱਤਰ ਦਾ ਸੰਬੰਧ ਪਹੁੰਚਾਉਣ ਦਾ ਸੀਗਾ, ਉਹ ਤਾਂ ਖਿਲਜੀਆਂ ਦੇ ਦੌਰ 'ਚ ਸ਼ੁਰੂ ਹੋ ਗਿਆ ਸੀ, ਜਿਹਨੂੰ ਆਪਾਂ ਕਹੀਏ ਅਲਾਉਦੀਨ ਖਿਲਜੀ, ਜਿਹੜਾ ਕਿ 1296 ਈਸਵੀ ਦੇ ਵਿੱਚ ਹੋਇਆ, ਯਾਨੀ ਕਿ 800 ਸਾਲ ਪਹਿਲਾਂ ਹੋ ਗਿਆ ਸੀਗਾ ਇੰਡੀਆ ਦੇ ਵਿੱਚ। ਪਰ ਉਹ ਕਿਸ ਤਰ੍ਹਾਂ ਸੀਗਾ, ਉਹ ਹੱਥੀਂ ਲੈਟਰ ਲਿਖ ਕੇ ਦਿੱਤਾ ਜਾਂਦਾ ਸੀ ਪੈਗਾਮ, ਉਹ ਬੰਦਾ ਘੋੜੇ ਤੇ ਜਾਂਦਾ ਸੀਗਾ, ਉਹਨੂੰ ਕਈ ਦਿਨ ਲੱਗ ਜਾਂਦੇ ਸੀਗੇ, ਉਹ ਜਾ ਕੇ ਉੱਥੇ ਚਿੱਠੀ ਦੇ ਕੇ ਆਉਂਦਾ ਸੀਗਾ। ਇਹ ਹੌਲੀ ਹੌਲੀ ਫਿਰ ਮੁਗਲਾਂ ਦੇ ਦੌਰ 'ਚ ਆ ਕੇ ਇਹਦੇ 'ਚ ਸੁਧਾਰ ਹੋ ਗਿਆ। ਫਿਰ ਉਹਨਾਂ ਨੇ ਡਾਕ ਊਂਠਾਂ 'ਤੇ ਵੀ ਵੰਡਣੀ ਸ਼ੁਰੂ ਕੀਤੀ, ਘੋੜਿਆਂ 'ਤੇ ਵੀ ਵੰਡਣੀ ਸ਼ੁਰੂ ਕੀਤੀ, ਪੈਦਲ ਗੱਡਿਆਂ 'ਚ, ਮਤਲਬ ਉਦੋਂ ਡਾਕ ਦਾ ਚੱਲਦਾ ਰਿਹਾ ਸਿਲਸਿਲਾ। ਫਿਰ ਸ਼ੇਰ ਸ਼ਾਹ ਸੂਰੀ ਨੇ ਆ ਕੇ ਇਹਨੂੰ ਹੋਰ ਆਸਾਨ ਕਰਤਾ, ਕਿੱਥੇ ਜਿਹੜਾ ਇੱਕੋ ਹੀ ਬੰਦਾ 200 ਕਿਲੋਮੀਟਰ 'ਤੇ ਲੈ ਕੇ ਜਾਂਦਾ ਸੀ, ਉਹਨੇ ਰਸਤੇ 'ਚ ਘੋੜ ਸਵਾਰ ਖੜੇ ਕਰਤੇ, ਉਹ 4 ਬੰਦੇ ਪਹੁੰਚਾਉਣ ਲੱਗ ਗਏ, ਮਤਲਬ ਉਹ ਇੱਦਾਂ ਚੱਲਦਾ ਸੀਗਾ। ਪਰ ਅੰਗਰੇਜ਼ਾਂ ਦੇ ਦੌਰ ਦੇ ਵਿੱਚ 1852 ਦੇ ਵਿੱਚ ਅੰਗਰੇਜ਼ਾਂ ਨੇ ਪੋਸਟ ਟਿਕਟਾਂ ਕੱਢੀਆਂ,
ਟਿਕਟਾਂ ਜਿਹੜੀਆਂ ਨੇ 1852 'ਚ ਕੱਢੀਆਂ, ਔਰ ਉਹ ਟਿਕਟਾਂ ਦੇ ਨਾਲ ਨਾਲ ਇਨਵੈਲਪ ਕੱਢੇ ਸੀਗੇ, ਜਿਹਨੂੰ ਆਪਾਂ ਲਿਫਾਫਾ ਕਹਿ ਦਿੰਦੇ ਆ ਬੰਦ। ਉਹ ਪਰਚੇ 'ਤੇ ਆਪਣੀ ਚਿੱਠੀ ਲਿਖੋ, ਲਿਫਾਫੇ ਦੇ ਵਿੱਚ ਬੰਦ ਕਰੋ, ਉੱਤੇ ਟਿਕਟਾਂ ਲਾਓ, ਜਾਂ ਛਪਿਆ ਛਪਾਇਆ ਲਿਫਾਫਾ ਆਉਂਦਾ ਭੇਜ ਦਿਓ। ਇਹ ਅੱਜ ਵੀ ਚੱਲ ਰਿਹਾ, ਹੁਣ ਵੀ ਇਹ ਹੁਣ ਵੀ ਚੱਲ ਰਿਹਾ ਹੈ। ਉਦੋਂ ਵੀ ਇਹ ਸਿਲਸਿਲਾ ਚੱਲਦਾ ਸੀਗਾ, ਮਗਰ ਓਪਨ ਆਪਣੀ ਗੱਲ ਲਿਖ ਕੇ ਕਿਸੇ ਇਸ ਤਰ੍ਹਾਂ ਪੋਸਟ ਕਾਰਡ ਤੇ ਪਾਉਣ ਵਾਲਾ ਜਿਹੜਾ ਸੀਗਾ, ਇਹ ਸਿਸਟਮ ਨਹੀਂ ਸੀਗਾ। ਇਹ ਜਿਹੜਾ ਹੋਇਆ ਪੋਸਟ ਕਾਰਡ ਜਿਹਨੂੰ ਕਹਿੰਦੇ ਆ, ਉਹ ਇਨਵੈਲਪ ਹੋ ਗਿਆ, ਲਿਫਾਫਾ ਹੋ ਗਿਆ। ਪੋਸਟ ਕਾਰਡ ਜਿਹੜਾ ਓਪਨ ਗੱਲ ਲਿਖ ਕੇ ਪਾਉਣ ਵਾਲਾ ਸੀਗਾ, ਇਹ ਸ਼ੁਰੂ ਜਿਹੜਾ ਹੋਇਆ ਇਹ 1879 'ਚ ਹੀ ਹੋਇਆ। ਪੋਸਟ ਕਾਰਡ ਪਹਿਲਾ ਜਿਹੜਾ ਨਿਕਲਿਆ 1879 'ਚ ਨਿਕਲਿਆ। ਇਸ ਤੋਂ ਪਹਿਲਾਂ ਇੰਡੀਆ 'ਚ ਕੋਈ ਪੋਸਟ ਕਾਰਡ ਨਹੀਂ ਸੀਗਾ ਜੀ। 1879 'ਚ ਪੋਸਟ ਕਾਰਡ ਨਿਕਲਿਆ। ਅੱਜ 141 ਸਾਲ ਹੋ ਗਏ ਜੀ। ਆਪਾਂ ਅੱਗੇ ਗੱਲ ਕਰਦੇ ਹਾਂ ਜੀ। ਇਹ ਹੋ ਗਈ ਸੀ ਗੱਲ 1910 ਤੱਕ ਦੀ, ਐਡਵਰਡ 7 ਜੀ ਦੇ ਉਹਨਾਂ ਦੇ ਜ਼ਮਾਨੇ ਤੱਕ ਦੀ ਗੱਲ। ਉਸ ਤੋਂ ਅੱਗੇ ਦੇ ਜੀ ਇਹ ਪੋਸਟ ਕਾਰਡ ਅੱਗੇ ਫਿਰ 1911 ਦੇ ਵਿੱਚ ਜਾਰਜ 5 ਉਹਨੇ ਗੱਦੀ ਸੰਭਾਲੀ ਅੰਗਰੇਜ਼ਾਂ ਦੀ ਜੀ। ਜਾਰਜ 5 ਦੇ ਪੋਸਟ ਕਾਰਡ ਸਾਰੇ ਵੱਡੇ ਸਾਈਜ਼ 'ਚ ਆਏ ਨੇ। ਔਰ ਇੱਥੇ ਅਸੀਂ ਦੇਖ ਰਹੇ ਹਾਂ, ਇੱਥੇ ਵੀ ਹੈ ਕਿ ਫਿਰ ਨਾਮ ਚੇਂਜ ਹੋ ਗਿਆ। ਪਹਿਲਾਂ ਇੰਡੀਆ ਪੋਸਟ ਕਾਰਡ ਸੀ, ਉਰੇ ਪੋਸਟ ਇੰਡੀਆ ਕਾਰਡ ਹੋ ਗਿਆ। ਉਹ ਤਾਂ ਲਿਖਣ 'ਚ ਥੋੜ੍ਹਾ ਬਹੁਤਾ ਹੋ ਜਾਂਦਾ, ਮਤਲਬ ਉਹਨਾਂ ਨੇ ਫਿਰ ਇੰਡੀਆ ਹੀ ਰੱਖਿਆ, ਵਿੱਚੋਂ ਈਸਟ ਇੰਡੀਆ ਕੰਪਨੀ ਜਾਂ ਬ੍ਰਿਟਿਸ਼ ਇੰਡੀਆ ਕੱਢਤਾ ਫਿਰ, ਕਿਉਂਕਿ ਇੰਡੀਆ 'ਤੇ ਮੁਕੰਮਲ ਕਬਜ਼ਾ ਸੀਗਾ ਉਹਨਾਂ ਦਾ। ਸਨ 1857 ਦੇ ਗਦਰ ਤੋਂ ਬਾਅਦ, ਜਿਹੜਾ ਸਨ 1858 'ਚ ਹੋਇਆ, ਉਸ ਤੋਂ ਬਾਅਦ ਅੰਗਰੇਜ਼ ਪੂਰੀ ਤਰ੍ਹਾਂ ਕਾਬਜ਼ ਹੋ ਗਏ ਸੀਗੇ। ਫਿਰ ਅੰਗਰੇਜ਼ਾਂ ਦਾ ਹੀ ਦੌਰ ਹੋ ਗਿਆ ਸੀ, ਬਾਕੀ ਕਿਸੇ ਦਾ ਦਖਲ ਖਤਮ ਹੋ ਗਿਆ ਸੀਗਾ। ਇਸ ਕਰਕੇ ਫਿਰ ਉਹਨਾਂ ਨੇ ਇੰਡੀਆ ਹੀ, ਕਿਉਂਕਿ ਇੰਡੀਆ ਹੀ ਉਹਨਾਂ ਦੇ ਅੰਡਰ ਹੋ ਗਿਆ ਪੂਰਾ, ਫਿਰ ਉਹ ਇੰਡੀਆ ਹੀ ਲਿਖਣਾ ਸ਼ੁਰੂ ਕਰਤਾ ਸੀ। ਵਿੱਚੋਂ ਬ੍ਰਿਟਿਸ਼ ਜਾਂ ਈਸਟ ਇੰਡੀਆ ਕੱਢਤਾ ਸੀਗਾ ਉਹਨਾਂ ਨੇ। ਅਤੇ ਇਹਦੇ ਪੋਸਟ ਕਾਰਡ ਦਾ ਇਹ ਇਹਨੇ ਅਲੱਗ-ਅਲੱਗ ਰੰਗਾਂ 'ਚ ਵੀ ਛਾਪੇ ਜੀ। ਉੱਪਰ ਤੁਸੀਂ ਫੋਟੋ ਦੇਖੋਗੇ, ਅਲੱਗ-ਅਲੱਗ ਸਟਾਈਲ ਦੀ ਫੋਟੋ ਵੀ ਹੈ, ਅਲੱਗ-ਅਲੱਗ ਕਲਰ ਨੇ ਉਹਨਾਂ 'ਚ, ਪ੍ਰਿੰਟ ਅਲੱਗ-ਅਲੱਗ ਤਰ੍ਹਾਂ ਦੇ ਨੇ। ਉਹ ਮੈਂ ਜਿੰਨੇ ਵੀ ਤਰ੍ਹਾਂ ਦੇ ਜਾਰਜ 5 ਦੇ ਪੋਸਟ ਕਾਰਡ ਆਏ ਨੇ, ਹਰ ਤਰ੍ਹਾਂ ਦਾ ਲਾਇਆ ਹੋਇਆ ਔਰ ਈਅਰ ਵਾਈਜ਼ ਲਾਇਆ ਹੋਇਆ। ਠੀਕ ਹੈ ਜੀ। ਜਾਰਜ ਜਿਹੜਾ 5 ਦਾ ਸੀਗਾ, ਇਹ 1911 ਤੋਂ ਸ਼ੁਰੂ ਹੋ ਕੇ 1936 ਤੱਕ ਇਹ ਚੱਲਿਆ। 1936 'ਚ ਇਹਦੀ ਡੈਥ ਹੋ ਜਾਂਦੀ ਹੈ। ਫਿਰ ਜਾਰਜ 5 ਦੀ ਜਗ੍ਹਾ ਜਾਰਜ 6 ਆ ਜਾਂਦਾ ਜੀ। ਫਿਰ ਜਾਰਜ 6 ਦੇ ਸ਼ੁਰੂ ਹੋ ਗਏ ਜੀ ਪੋਸਟ ਕਾਰਡ ਜੀ। ਸਾਈਜ਼ ਉਹੀ ਹੈ। ਇੱਕ ਚੀਜ਼ ਹੋਰ ਦੱਸਵਾਂ ਕਿ ਐਡਵਰਡ 7 ਤੱਕ ਕੀਮਤ ਉਹੀ ਚੱਲੀ, 1 ਕੁਆਟਰ ਆਨਾ, ਯਾਨੀ ਕਿ 1 ਪੈਸਾ। ਜਾਰਜ 5 ਦੇ ਟਾਈਮ 'ਚ ਆ ਕੇ ਕੀਮਤ ਵੱਧ ਗਈ, 1 ਪੈਸੇ ਤੋਂ 1.5 ਪੈਸਾ ਹੋ ਗਈ, 2 ਪੈਸੇ ਹੋ ਗਈ, ਇੱਦਾਂ ਕੀਮਤ ਵੀ ਵਧਣੀ ਸ਼ੁਰੂ ਹੋ ਗਈ। ਅਤੇ ਕਾਰਡ ਜਿਹੜੇ ਪਹਿਲਾਂ 1 ਪੈਸੇ ਦੀ ਕੀਮਤ ਦੇ ਛਪ ਚੁੱਕੇ ਸੀਗੇ, ਹੁਣ ਉਹ ਮਤਲਬ 2 ਪੈਸੇ ਕੀਮਤ ਹੋ ਗਈ। ਤਾਂ ਉਹਨਾਂ ਨੇ ਉਹ ਕਾਰਡ ਵੀ ਬੇਕਾਰ ਨਹੀਂ ਜਾਣ ਦਿੱਤੇ ਪੋਸਟ ਕਾਰਡ, ਉਹਦੇ ਬਰਾਬਰ 1 ਪੈਸੇ ਦੀ ਟਿਕਟ ਹੋਰ ਲਾਤੀ, 2 ਪੈਸੇ ਦਾ ਉਨੀ ਕੀਮਤ ਦਾ ਕਰਤਾ, ਉਨੀ ਕੀਮਤ ਦਾ ਕਰਤਾ। ਦੇਖੋਗੇ ਟਿਕਟ ਲੱਗੇ ਹੋਏ ਵੀ ਪੋਸਟ ਕਾਰਡ ਹੈਗੇ, ਮੈਂ ਕੋਲ ਜਾ ਕੇ ਦਿਖਾ ਦਿੰਦਾ। ਇਹ ਦੇਖੋ, ਆ ਪ੍ਰਿੰਟ ਹੈ, ਇਹ ਟਿਕਟ ਹੈ, ਆਹ ਟਿਕਟ ਨਾਲ ਲੱਗੀ ਹੈ, ਇਹ ਟਿਕਟ ਨਾਲ ਲੱਗੀ ਹੋਈ ਹੈ, ਇਹ ਟਿਕਟਾਂ ਨਾਲ ਲੱਗੀਆਂ ਨੇ। ਇਹਦੇ ਦੌਰ 'ਚ ਕੀਮਤ ਵੱਧ ਗਈ ਸੀਗੀ ਜੀ। ਫਿਰ ਉਹ ਟਿਕਟ ਲਾ ਕੇ ਪੂਰਾ ਕਰਤਾ। ਔਰ ਇਹਦੇ ਦੌਰ 'ਚ ਪ੍ਰਿੰਟ ਵੀ ਅਲੱਗ-ਅਲੱਗ ਰੰਗਾਂ 'ਚ ਹੋਏ ਨੇ। ਪਹਿਲਾਂ ਹੁਣ ਤੱਕ ਇੱਕ ਰੰਗ 'ਚ ਹੁੰਦਾ ਆਇਆ, ਇਹਦੇ 'ਚ ਰੰਗ ਵੀ ਅਲੱਗ ਹੋ ਗਏ, ਉੱਪਰ ਡਿਜ਼ਾਈਨ ਵੀ ਬਦਲ ਗਿਆ, ਕਿਤੇ ਗੋਲ ਚੱਕਰ 'ਚ ਬਣੀ ਹੋਈ ਹੈ, ਕਿਤੇ ਐਗ ਸ਼ੇਪ 'ਚ ਬਣਿਆ ਹੋਇਆ ਹੈ, ਕਿਤੇ ਚੌਰਸ ਬਿਲਕੁਲ ਉਹਦੀ ਪ੍ਰਿੰਟ ਫੋਟੋ ਛਪੀ ਹੋਈ ਹੈ, ਕਿਤੇ ਗੂੜੇ ਹਰੇ ਰੰਗ 'ਚ ਛਪੀ ਹੋਈ ਹੈ, ਕਿਤੇ ਫਿੱਕੇ ਰੰਗ 'ਚ, ਅਸਮਾਨੀ ਰੰਗ 'ਚ ਛਪੀ। ਕੀਮਤ ਵੀ ਨਿਰਧਾਰਿਤ ਕਰਦੇ ਸੀ ਕਲਰ ਜੀ? ਜੀ, ਅਲੱਗ-ਅਲੱਗ ਕੀਮਤਾਂ ਵੀ ਇਹਨਾਂ ਦੀਆਂ ਉਸ ਕਲਰ ਦੇ ਹਿਸਾਬ ਨਾਲ। ਫਿਰ ਜਦੋਂ ਬਦਲਦੇ ਰਹੇ ਤਾਂ ਕੀਮਤ ਵੀ ਬਦਲੀ ਜਾਂਦੀ ਸੀਗੀ, ਪ੍ਰਿੰਟ ਅਲੱਗ ਕਰਾਉਂਦੇ ਸੀਗੇ। ਇਸ ਤੋਂ ਬਾਅਦ ਅੱਗੇ ਆ ਗਏ ਨੇ ਜੀ, ਅੱਗੇ ਆ ਗਿਆ ਜਾਰਜ 6। ਜਾਰਜ 6 ਦੇ ਜ਼ਮਾਨੇ 'ਚ ਕੀਮਤਾਂ 2-3 ਵਾਰੀ ਵਧੀਆਂ ਜੀ, ਵੱਧਦੀਆਂ ਮਤਲਬ ਜਿਹੜਾ 1 ਪੈਸੇ ਦਾ ਪੋਸਟ ਕਾਰਡ ਸੀਗਾ ਉਹ 9 ਪਾਈ ਤੱਕ ਦਾ ਚਲਾ ਗਿਆ। 9 ਪਾਈ ਮੀਨਸ ਹੋ ਗਿਆ 3 ਪੈਸੇ। 3 ਪੈਸੇ ਤੱਕ ਇਹਦੀ ਪ੍ਰਿੰਟਿੰਗ ਆ ਰਹੀ ਹੈ। ਓਕੇ। 6 ਪਾਈ, 9 ਪਾਈ। 6 ਪਾਈ ਦਾ ਮਤਲਬ 2 ਪੈਸੇ, 9 ਪਾਈ ਦਾ ਮਤਲਬ 3 ਪੈਸੇ, ਯਾਨੀ ਕਿ ਉਹ ਉਸ ਤੋਂ ਬਾਅਦ ਵੀ ਕੀਮਤ ਵਧੀ ਤਾਂ ਉਹਨਾਂ ਨੇ ਟਿਕਟਾਂ ਲਾਈਆਂ ਇਹਦੇ 'ਤੇ। ਯਾਨੀ ਕਿ 1 ਆਨੇ ਤੱਕ ਦਾ ਜਿਹੜਾ ਪੋਸਟ ਕਾਰਡ ਸੀ ਜਾਰਜ 5 ਦੇ 6 ਦੇ ਦੌਰ 'ਚ ਹੋ ਗਿਆ ਸੀਗਾ। 1947 ਤੱਕ ਇਹਨੇ ਰਾਜ ਕੀਤਾ ਜੀ। 1947 'ਚ ਇੰਡੀਆ ਆਜ਼ਾਦ ਹੋ ਗਿਆ, ਇੰਡੀਆ ਔਰ ਪਾਕਿਸਤਾਨ ਬਣ ਗਏ ਅਤੇ ਇਹਨਾਂ ਦਾ ਅੰਗਰੇਜ਼ਾਂ ਦਾ ਦੌਰ ਖਤਮ ਹੋ ਗਿਆ ਜੀ। ਅਤੇ ਉਸ ਤੋਂ ਬਾਅਦ ਆਪਣੇ ਫਿਰ ਆਜ਼ਾਦ ਭਾਰਤ ਦੇ ਜਿਹੜੇ ਸੀਗੇ ਸਨ 1947 'ਚ ਨਹੀਂ ਚੱਲੇ। 3 ਸਾਲ ਅੰਗਰੇਜ਼ਾਂ ਦੇ ਹੀ ਪੋਸਟ ਕਾਰਡ ਚੱਲਦੇ ਰਹੇ।
ਜਿੰਨਾ ਟਾਈਮ ਛਪੇ ਨਹੀਂ। ਜਿੰਨਾ ਤੱਕ ਛਪੇ ਨਹੀਂ, ਜਦੋਂ ਤੱਕ ਆਪਣਾ ਸੰਵਿਧਾਨ ਨਹੀਂ ਬਣ ਗਿਆ, ਲਾਗੂ ਨਹੀਂ ਹੋ ਗਿਆ, ਉਨੀ ਦੇਰ ਨਾ ਤਾਂ ਆਪਣੀ ਕਰੰਸੀ ਆਈ, ਪੈਸੇ ਵੀ ਸਾਰੇ ਅੰਗਰੇਜ਼ਾਂ ਦੀ ਚੱਲਦੇ ਰਹੇ, ਨੋਟ ਵੀ ਅੰਗਰੇਜ਼ਾਂ ਦੀ ਚੱਲਦੇ ਰਹੇ, ਔਰ ਉਹਦੇ ਨਾਲ ਨਾਲ ਪੋਸਟ ਕਾਰਡ ਵੀ ਅੰਗਰੇਜ਼ਾਂ ਦੀ ਚੱਲਦੇ ਰਹੇ, ਟਿਕਟਾਂ ਵੀ ਅੰਗਰੇਜ਼ਾਂ ਦੀਆਂ ਚੱਲਦੀਆਂ ਰਹੀਆਂ। 1950 'ਚ ਆਪਣਾ ਪੋਸਟ ਕਾਰਡ ਪਹਿਲੀ ਵਾਰ, ਜਿਹਨੂੰ ਕਹਿ ਦਈਏ ਰਿਪਬਲਿਕ ਇੰਡੀਆ, 1950 'ਚ ਆਇਆ ਉਹ। ਠੀਕ ਹੈ ਜੀ, ਹਾਂਜੀ, ਉਹ ਤਾਂ ਜੀ ਹੋ ਗਏ ਸੀਗੇ ਅੰਗਰੇਜ਼ਾਂ ਦੇ ਪੋਸਟ ਕਾਰਡ। ਇਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਪਟਿਆਲਾ ਸਟੇਟ, ਨਾਭਾ ਸਟੇਟ, ਗਵਾਲੀਅਰ ਸਟੇਟ, ਇਹ ਉਸ ਟਾਈਮ ਦੇ ਵਿੱਚ ਇਹ ਸਾਰੀਆਂ ਸਟੇਟਾਂ ਨੇ ਵੀ ਆਪਣੇ ਅਲੱਗ-ਅਲੱਗ ਪੋਸਟ ਕਾਰਡ ਚਲਾਏ ਸੀ। ਹਾਂ, ਮੈਂ ਇਸੇ ਕਰਕੇ ਕਹਿ ਰਿਹਾ ਸੀਗਾ ਜੀ ਕਿ ਮੈਂ ਜਿਹੜਾ ਵੀ ਕੰਮ ਕਰਦਾ ਜਾਂ ਜਿਹੜੀ ਵੀ ਕਲੈਕਸ਼ਨ ਕਰਦਾ, ਮੈਂ ਬਹੁਤ ਡੀਪਲੀ ਕਰਦਾ। ਜੇ ਮੈਂ ਸੰਨ 1947 'ਚ ਜਾਰਜ 6 ਦਾ ਪੀਰੀਅਡ ਖਤਮ ਹੋ ਗਿਆ, ਮੈਂ ਸਿੱਧਾ ਹੀ ਲਿਆ ਕੇ ਤੁਹਾਨੂੰ ਰਿਪਬਲਿਕ ਇੰਡੀਆ ਦੇ ਵਿੱਚ ਲੈ ਜਾਂਦਾ, ਤਾਂ ਫਿਰ ਮੇਰਾ ਡੀਪਲੀ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਸੀਗਾ। ਇਹ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਹੀ ਜਿਹੜੇ ਰਾਜੇ ਮਹਾਰਾਜੇ ਸੀਗੇ ਆਪਣੀਆਂ ਆਪਣੀਆਂ ਰਿਆਸਤਾਂ 'ਚ ਰਾਜ ਕਰਦੇ ਸੀਗੇ, ਫਿਰ ਉਹਨਾਂ ਨੇ ਅੰਗਰੇਜ਼ਾਂ ਨੂੰ ਮੰਗ ਕੀਤੀ ਕਿ ਅਸੀਂ ਆਪਣੀ ਰਿਆਸਤ ਦੇ ਨਾਮ ਦੇ ਵੀ ਪੋਸਟ ਕਾਰਡ ਕੱਢਣੇ ਨੇ। ਅੰਗਰੇਜ਼ਾਂ ਨੇ ਫਿਰ ਜਿਹਨਾਂ ਨਾਲ ਰਾਜਿਆਂ ਨਾਲ ਅੰਗਰੇਜ਼ਾਂ ਦੀ ਜ਼ਿਆਦਾ ਬਣਦੀ ਸੀ, ਜਾਂ ਇਹ ਕਹਿ ਲਈਏ ਕਿ ਜਿਹੜੇ ਰਾਜੇ ਅੰਗਰੇਜ਼ਾਂ ਦੇ ਜ਼ਿਆਦਾ ਵਫਾਦਾਰ ਸੀਗੇ, ਉਹਨਾਂ ਨੂੰ ਤਾਂ ਆਪਣੇ ਪੋਸਟ ਕਾਰਡ ਛਾਪਣ ਦੀ ਇਜਾਜ਼ਤ ਮਿਲ ਗਈ। ਬਾਕੀਆਂ ਨੂੰ ਇਹ ਇਜਾਜ਼ਤ ਮਿਲੀ ਕਿ ਤੁਸੀਂ ਅੰਗਰੇਜ਼ਾਂ ਵਾਲੀ ਪੋਸਟ ਕਾਰਡ ਲੈ ਕੇ ਉਹਨਾਂ 'ਤੇ ਆਪਣੀ ਰਿਆਸਤ ਦਾ ਨਾਮ ਓਵਰ ਪ੍ਰਿੰਟ ਕਰ ਸਕਦੇ ਹੋ ਔਰ ਆਪਣੇ ਸਟੇਟ ਦਾ ਲੋਗੋ ਲਾ ਸਕਦੇ ਹੋ। ਅੰਗਰੇਜ਼ਾਂ ਵਾਲੇ ਪੋਸਟ ਕਾਰਡਾਂ 'ਤੇ ਲਾਓ, ਲਾ ਕੇ ਚਲਾਓ। ਤਾਂ ਉਹ ਹੁਣ ਮੈਂ ਦਿਖਾਉਣ ਜਾ ਰਿਹਾ ਤੁਹਾਨੂੰ। ਸਭ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਜਿਹੜੇ ਪੋਸਟ ਕਾਰਡ ਸਭ ਤੋਂ ਉੱਪਰ ਲੱਗੇ ਹੋਏ ਨੇ ਐਡਵਰਡ 7 ਦੇ, ਉਸ ਤੋਂ ਬਾਅਦ ਲੱਗੇ ਹੋਏ ਨੇ ਜਾਰਜ 5 ਦੇ, ਉਸ ਤੋਂ ਬਾਅਦ ਜਾਰਜ 6 ਦੇ। ਔਰ ਉਹਦੇ 'ਤੇ ਜਿਹੜੀ ਮੈਂ ਖ਼ਾਸ ਚੀਜ਼ ਦਿਖਾਉਣੀ ਹੈ ਤੁਹਾਨੂੰ, ਪਟਿਆਲਾ ਰਿਆਸਤ ਦਾ, ਪਟਿਆਲਾ ਸਟੇਟ ਬਾਕਾਇਦਾ ਓਵਰ ਪ੍ਰਿੰਟ ਹੋਇਆ ਹੈ, ਨਾਲ ਪਟਿਆਲੇ ਦਾ ਇਨਸਿਗਨੀਆ ਜਿਹਨੂੰ ਲੋਗੋ ਕਹਿੰਦੇ ਨੇ, ਪਟਿਆਲਾ ਰਿਆਸਤ ਦਾ ਲੋਗੋ ਲੱਗਿਆ ਹੋਇਆ। ਇਹ ਤੁਹਾਨੂੰ ਹਰ ਇੱਕ ਪੋਸਟ ਕਾਰਡ 'ਤੇ ਮਿਲੇਗਾ ਜੀ, ਜਿਹੜੇ ਵੀ ਮਰਜ਼ੀ ਪੋਸਟ ਕਾਰਡ 'ਤੇ ਦੇਖ ਲਿਓ, ਤੁਹਾਨੂੰ ਹਰ ਇੱਕ 'ਤੇ ਮਿਲੇਗਾ। ਇਹ ਫਿਰ ਪਟਿਆਲਾ ਸਟੇਟ ਦੇ ਸੀਗੇ ਜੀ। ਪਟਿਆਲਾ ਤੋਂ ਬਾਅਦ ਫਿਰ ਆ ਗਏ ਜੀ ਨਾਭਾ ਸਟੇਟ। ਨਾਭਾ ਸਟੇਟ ਨੂੰ ਵੀ ਇਸ ਤਰ੍ਹਾਂ ਇਜਾਜ਼ਤ ਮਿਲੀ ਸੀਗੀ ਓਵਰ ਪ੍ਰਿੰਟ ਦੀ, ਉਹਨਾਂ ਨੇ ਵੀ ਫਿਰ ਓਵਰ ਪ੍ਰਿੰਟ ਕਰਾ ਕੇ ਇਸ ਤਰ੍ਹਾਂ ਹੀ ਚਲਾਏ। ਉਹਨਾਂ ਪਰ ਨਾਭਾ ਸਟੇਟ ਦਾ ਲੋਗੋ ਛਪਿਆ ਹੋਇਆ, ਨਾਭਾ ਸਟੇਟ ਓਵਰ ਪ੍ਰਿੰਟ ਹੋਇਆ ਹੋਇਆ। ਇੱਕ ਇਹ ਫਿਰ ਪਟਿਆਲਾ ਸਟੇਟ ਉਰੇ ਲਿਖਿਆ ਹੋਇਆ ਪੁੱਟ ਆਲਾ। ਹਾਂਜੀ, ਇਹ ਜਿਹੜੇ ਐਰਰ ਨੇ ਸ਼ੁਰੂ ਤੋਂ ਚੱਲੇ ਆ ਰਹੇ ਨੇ। ਅੱਜ ਜੇ ਕੋਈ ਲੋਕ ਐਰਰ ਨੋਟ ਇਕੱਠੇ ਕਰਦਾ, ਐਰਰ ਟਿਕਟਾਂ ਇਕੱਠੀਆਂ ਕਰਦਾ, ਤਾਂ ਇਹ ਐਰਰ ਮੈਨੇ ਪੋਸਟ ਕਾਰਡ ਵੀ ਇਕੱਠੇ ਕੀਤੇ ਨੇ ਜੀ। ਉਸ ਟਾਈਮ ਪਟਿਆਲਾ ਦੇ ਸਪੈਲਿੰਗਾਂ ਦਾ ਔਰ ਅੱਜ ਦੇ ਪਟਿਆਲਾ ਦੇ ਸਪੈਲਿੰਗਾਂ ਦਾ ਫਰਕ ਦੇਖੋ ਤੁਸੀਂ। ਇਹ ਜਿਹੜੇ 3 ਮੈਨੇ ਪੋਸਟ ਕਾਰਡ ਲਾਏ ਹੋਏ ਨੇ, ਨੀਚੇ ਵਾਲਾ ਇਨਵੈਲਪ ਹੈ, 2 ਪੋਸਟ ਕਾਰਡ ਨੇ। ਇਹ ਦੋਨਾਂ ਪੋਸਟ ਕਾਰਡਾਂ ਦੇ ਉੱਤੇ, ਤੀਸਰੇ ਇਨਵੈਲਪ ਦੇ ਉੱਤੇ ਜਿਹੜੀ ਓਵਰ ਪ੍ਰਿੰਟ ਹੋਈ ਹੈ, ਓਵਰ ਪ੍ਰਿੰਟ ਪਟਿਆਲਾ ਲਿਖਿਆ ਹੋਇਆ ਹੈ। ਉਹਦੇ ਸਪੈਲਿੰਗ PUTTALLA, ਮਤਲਬ ਪਟਿਆਲਾ ਇਸ ਤਰ੍ਹਾਂ ਲਿਖਿਆ ਹੋਇਆ ਹੈ ਜੀ। ਅਤੇ ਇਹ ਬਹੁਤ ਡੂੰਘਾ ਵਿਸ਼ਾ ਸੀਗਾ, ਇਕੱਲਿਆਂ ਨੂੰ ਪੜ੍ਹਨਾ। ਉਸ ਹਿਸਾਬ ਨਾਲ ਮੈਨੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਟਾਈਮ ਅੱਜ ਤੋਂ 140 ਸਾਲ ਪਹਿਲਾਂ ਵੀ ਇਹ ਗਲਤੀਆਂ ਹੁੰਦੀਆਂ ਸੀਗੀਆਂ ਜੀ। ਮਤਲਬ ਹਰ ਜਗ੍ਹਾ ਪਟਿਆਲਾ ਇਸ ਤਰ੍ਹਾਂ ਨਹੀਂ ਲਿਖਿਆ ਜਾਂਦਾ ਸੀਗਾ। ਹੋ ਸਕਦਾ ਓਵਰ ਪ੍ਰਿੰਟ ਕਰਨ ਲੱਗੇ ਜਿਹੜੀ ਮੋਹਰ ਬਣੀ ਉਹ ਇਸ ਤਰ੍ਹਾਂ ਦੀ ਬਣ ਗਈ ਜੀ, ਤੇ ਇਸ ਕਰਕੇ ਲਾਏ ਨੇ ਜੀ। ਉਸ ਤੋਂ ਬਾਅਦ ਹੈ ਕਿ ਬ੍ਰਿਟਿਸ਼ ਇੰਡੀਆ ਪੀਰੀਅਡ ਦੇ ਆ ਗਏ ਨੇ ਜੀ, ਗਵਾਲੀਅਰ ਸਟੇਟ ਆ ਗਈ ਜੀ, ਗਵਾਲੀਅਰ ਸਟੇਟ ਆ ਗਈ ਜੀ, ਇਸ ਤਰ੍ਹਾਂ ਹੀ ਉਹਦਾ ਆ ਗਿਆ। ਹਾਂਜੀ। ਤੇ ਇੰਦੌਰ ਸਟੇਟ ਹੈ ਜੀ, ਜਿਹੜੀ ਇਹ ਹੈ, ਇਹਨੇ ਓਵਰ ਪ੍ਰਿੰਟ ਨਹੀਂ ਕੀਤਾ ਜੀ, ਕਿਉਂਕਿ ਇਹਦੀ ਜ਼ਿਆਦਾ ਬਣਦੀ ਸੀ, ਅੰਗਰੇਜ਼ਾਂ ਦਾ ਜ਼ਿਆਦਾ ਚਹੇਤਾ ਸੀਗਾ ਜੀ। ਇਹਨੇ ਫਿਰ ਆਪਣੇ ਛਪਾਏ। ਇਹ ਪੋਸਟ ਕਾਰਡ ਅੰਗਰੇਜ਼ਾਂ ਵਾਲੇ ਨਹੀਂ ਹਨ, ਉੱਥੇ ਤੱਕ ਤਾਂ ਅੰਗਰੇਜ਼ਾਂ ਵਾਲੇ ਨੇ ਸਾਰੇ। ਪਟਿਆਲਾ, ਨਾਭਾ ਤੇ ਗਵਾਲੀਅਰ ਇਹ ਓਵਰ ਪ੍ਰਿੰਟ ਆ ਗਏ ਜੀ। ਓਵਰ ਪ੍ਰਿੰਟ ਤੋਂ ਬਾਅਦ ਜਿਹੜਾ ਇਹ ਆ ਗਿਆ ਇੰਦੌਰ ਸਟੇਟ, ਇਹਨੂੰ ਹੋਲਕਰ ਸਟੇਟ ਵੀ ਕਹਿੰਦੇ ਸੀਗੇ, ਹੋਲਕਰਾਂ ਦਾ ਰਾਜ ਸੀਗਾ ਇੱਥੇ। ਇਹਨਾਂ ਨੇ ਆਪਣੇ ਛਪਾਏ, ਇਹਨਾਂ ਪਰ ਫੋਟੋ ਵੀ ਆਪਣੀ ਛਪੀ ਹੋਈ ਹੈ, ਪ੍ਰਿੰਟ ਵੀ ਆਪਣਾ, ਸਟੇਟ ਦਾ ਨਾਮ ਵੀ ਆਪਣਾ, ਲੋਗੋ ਵੀ ਇਹਨਾਂ ਦਾ ਆਪਣਾ ਛਪਿਆ ਹੋਇਆ ਹੈ। ਔਰ ਜੇ ਓਵਰ ਪ੍ਰਿੰਟ ਜ਼ਿਆਦਾ ਮਤਲਬ ਕੀਮਤ ਵਾਸਤੇ ਟਿਕਟ ਲੱਗੀ ਹੋਈ ਹੈ, ਉਹ ਵੀ ਇੰਦੌਰ ਸਟੇਟ ਦੀ ਉਹ ਲੱਗੀ ਹੋਈ ਹੈ। ਇਹ ਉਹਨਾਂ ਦੇ ਆਪਣੇ ਆ ਗਏ। ਜਿਸ ਤਰ੍ਹਾਂ ਇੰਦੌਰ ਸਟੇਟ ਨੇ ਆਪਣੇ ਪੋਸਟ ਕਾਰਡ ਛਾਪੇ ਸੀਗੇ, ਉਸ ਤਰ੍ਹਾਂ ਹੀ ਜੈਪੁਰ ਸਟੇਟ ਦੇ ਵੀ ਆਪਣੇ ਪੋਸਟ ਕਾਰਡ ਛਪੇ ਹੋਏ ਸੀਗੇ। ਉਹ ਜੈਪੁਰ ਦੇ ਪੋਸਟ ਕਾਰਡ ਲਾਏ ਨੇ ਜੀ, ਉਹਨਾਂ 'ਤੇ ਕਿੱਦਾਂ ਦੀ ਪ੍ਰਿੰਟਿੰਗ ਹੈ, ਕਿੰਨਾ ਰੇਟ ਲਿਖਿਆ ਉਹਨਾਂ 'ਤੇ, ਕੀਮਤ ਹੈ, ਰਾਜੇ ਦੀ ਫੋਟੋ ਦਾ, ਕਲਰ ਦਾ ਫਰਕ ਹੈ, ਉਹ ਸਾਰੇ ਤਰ੍ਹਾਂ ਦੇ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਜੈਪੁਰ ਸਟੇਟ ਦੇ ਪੋਸਟ ਕਾਰਡ ਨੇ। ਉਸ ਤੋਂ ਬਾਅਦ ਅੱਗੇ ਗਵਾਲੀਅਰ ਸਟੇਟ ਫੇਰ ਆ ਜਾਂਦੀ ਹੈ। ਗਵਾਲੀਅਰ ਦੇ ਉਹ ਪਹਿਲਾਂ ਦਿਖਾ ਕੇ ਹਟਿਆ, ਤਾਂ ਇਹ ਦਿਖਾਉਣ ਦੀ ਮੈਨੂੰ ਕੀ ਜ਼ਰੂਰਤ ਪਈ ਹੈ।
ਉਹ ਇਸ ਕਰਕੇ ਪਈ ਹੈ ਜ਼ਰੂਰਤ ਕਿ ਇਹ ਉਹ ਪੋਸਟ ਕਾਰਡ ਨੇ ਜਿਹੜੇ ਉੱਥੇ ਦੀਆਂ ਪ੍ਰਾਈਵੇਟ ਫਰਮਾਂ ਨੇ ਆਪਣੇ ਵੱਲੋਂ ਛਪਾਏ ਹੋਏ ਸੀਗੇ। ਜੀ। ਜਿਸ ਤਰ੍ਹਾਂ ਕੋਈ ਮਤਲਬ ਵਪਾਰੀ ਸੌਦਾ ਵੇਚਦੇ ਨੇ, ਉਹਨਾਂ ਨੇ ਆਪਣੇ ਵੱਲੋਂ ਛਪਾ ਲਏ, ਅੰਗਰੇਜ਼ਾਂ ਦੀਆਂ ਟਿਕਟਾਂ ਲਾਉਂਦੇ ਸੀਗੇ, ਟਿਕਟਾਂ ਲਾ ਕੇ ਅੱਗੇ ਪਾ ਦਿੰਦੇ ਤੇ ਸੀਗੇ। ਉਹ ਆਪਣੀ ਉੱਪਰ ਸਟੈਂਪ ਵੀ ਕੁਝ ਲਾਉਂਦੇ ਸੀ? ਨਾ, ਉਹ ਆਪਣਾ ਪ੍ਰਿੰਟ ਕਰਾਉਂਦੇ ਸੀ ਫਰਮ ਦਾ ਨਾਮ, ਤੇ ਉਹ ਫਰਮ ਦੇ ਨਾਮ ਵੀ ਪ੍ਰਿੰਟ ਹੋਏ ਨੇ। ਅੱਛਾ। ਔਰ ਪਤੇ ਵਾਲੀ ਜਗ੍ਹਾ ਉੱਪਰ ਉਹਨਾਂ ਨੇ ਉੱਥੇ ਟਿਕਟ ਲਾਉਂਦੇ ਸੀਗੇ, ਐਡਰੈਸ ਲਿਖਦੇ ਸੀਗੇ, ਐਡਰੈਸ ਲਿਖ ਕੇ ਪਾ ਦਿੰਦੇ ਸੀਗੇ। ਵੀ ਮਤਲਬ ਉਹਨਾਂ ਨੇ ਸਰਕਾਰੀ ਆਗਿਆ ਦਾ ਵੀ ਪਾਲਣ ਕੀਤਾ, ਆਪਣੀ ਕੰਪਨੀ ਦੀ ਮਸ਼ਹੂਰੀ ਵੀ ਕਰ ਲਈ, ਆਪਣੀ ਦੁਕਾਨ ਦੀ ਕਾਰੋਬਾਰ ਦੀ ਮਸ਼ਹੂਰੀ ਵੀ ਕਰ ਲਈ। ਇਹ ਪ੍ਰਾਈਵੇਟ ਉਹਨਾਂ ਦੇ ਆਪਣੇ ਛਪੇ ਹੋਏ ਨੇ। ਠੀਕ ਹੈ ਜੀ। ਜਿਹੜੇ ਪਟਿਆਲਾ ਗਵਾਲੀਅਰ ਸਟੇਟ ਵੱਲੋਂ ਛਾਪੇ ਹੋਏ ਨੇ, ਉਹਦੇ ਉੱਪਰ ਦੇਖੋ ਤੁਸੀਂ, ਗਵਾਲੀਅਰ ਸਟੇਟ ਵੱਲੋਂ ਜਿਹੜੇ ਛਾਪੇ ਹੋਏ ਨੇ ਉਹਦੇ ਪਰ ਗਵਾਲੀਅਰ ਸਟੇਟ ਓਵਰ ਪ੍ਰਿੰਟ ਗਵਾਲੀਅਰ ਵੀ ਲਿਖਿਆ ਹੋਇਆ, ਔਰ ਉਹਦੇ ਨਾਲ ਨਾਲ ਉਹਨਾਂ ਨੇ ਆਪਣਾ ਇਨਸਿਗਨੀਆ, ਆਲੇ ਦੁਆਲੇ 2 ਸੱਪ ਨੇ ਔਰ ਗੱਬੇ ਸੂਰਜ, ਉਹਨਾਂ ਨੇ ਆਪਣਾ ਇਨਸਿਗਨੀਆ। ਇਹ ਤੁਹਾਨੂੰ ਸਾਰੇ ਪੋਸਟ ਕਾਰਡਾਂ ਤੇ ਮਿਲੇਗਾ। ਜੀ। ਅੱਗੇ ਆ ਕੇ ਆ ਜਿਹੜੀ ਟਿਕਟ ਲੱਗੀ ਹੋਈ ਹੈ, ਕਿਉਂ ਪ੍ਰਾਈਵੇਟ ਫਰਮ ਦਾ ਕਿਸੇ ਦਾ ਪੋਸਟ ਕਾਰਡ ਆਪਣਾ ਪ੍ਰਿੰਟ ਕਰਾਇਆ ਹੋਇਆ, ਉਹਨੇ ਫਿਰ ਟਿਕਟ ਲਾਈ ਹੈ ਗਵਾਲੀਅਰ ਦੀ, ਟਿਕਟ ਅੰਗਰੇਜ਼ ਦੀ ਹੈ, ਓਵਰ ਪ੍ਰਿੰਟ ਗਵਾਲੀਅਰ ਸਟੇਟ ਹੈ। ਇਹਨਾਂ ਦੇ ਪਿੱਛੇ ਵੀ ਗਵਾਲੀਅਰ ਸਟੇਟ ਓਵਰ ਪ੍ਰਿੰਟ ਟਿਕਟਾਂ ਲੱਗੀਆਂ ਹੋਈਆਂ ਨੇ। ਤੇ ਆਹ ਦੇਖੋ, ਆਹ ਵੀ ਟਿਕਟ ਗਵਾਲੀਅਰ ਸਟੇਟ ਦੀ ਲੱਗੀ ਹੋਈ ਹੈ, ਆਹ ਇਨਸਿਗਨੀਆ ਬਣਿਆ ਹੋਇਆ। ਮਤਲਬ ਮੈਨੇ ਹਰ ਵੈਰਾਈਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੈਰਾਈਟੀ ਮਿਸ ਨਾ ਹੋ ਜਾਵੇ, ਹਰ ਤਰ੍ਹਾਂ ਦਾ ਪੋਸਟ ਕਾਰਡ ਮੈਂ ਸ਼ੋਅ ਕਰ ਦੇਵਾਂ। ਜੀ। ਇੰਨਾ ਮਤਲਬ ਡੀਪਲੀ ਜਾਣ ਦਾ ਮੇਰਾ ਆਈਡੀਆ ਇਹ ਹੈ। ਠੀਕ ਹੈ। ਇੱਦਾਂ ਹੀ ਜਿੱਦਾਂ ਇੰਦੌਰ ਔਰ ਜੈਪੁਰ ਸਟੇਟ ਨੇ ਆਪਣੀਆਂ ਛਪਾਈਆਂ, ਉਸੇ ਤਰ੍ਹਾਂ ਹੀ ਅੱਗੇ ਟ੍ਰੈਵਨਕੋਰ ਕੋਚੀਨ ਸਟੇਟ ਰਿਆਸਤ ਜਿਹੜੀ ਸੀਗੀ, ਇਹਨਾਂ ਨੇ ਵੀ ਆਪਣੇ ਛਪਾਏ, ਹੈਦਰਾਬਾਦ ਨੇ ਵੀ ਆਪਣੇ ਛਪਾਏ। ਤੇ ਇਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਦੇਖ ਸਕਦੇ ਹੋ ਤੁਸੀਂ, 6 ਪਾਈ, 8 ਪਾਈ, 4 ਪਾਈ, ਇਹ ਹੈਦਰਾਬਾਦ ਸਟੇਟ ਦੇ ਨੇ। ਇਸ ਤਰ੍ਹਾਂ ਹੀ ਅਲੱਗ-ਅਲੱਗ ਕੀਮਤਾਂ, ਅਲੱਗ-ਅਲੱਗ ਫੋਟੋਆਂ ਕੋਚੀਨ ਦੇ ਪੋਸਟ ਕਾਰਡ ਨੇ। ਨੀਚੇ ਉਹਨਾਂ ਦੇ ਇਨਵੈਲਪ ਵੀ ਨਾਲ ਲਾਏ ਹੋਏ ਨੇ, ਕੋਚੀਨ ਨੇ ਉਹ ਨੀਲਾ ਛਪਿਆ ਹੋਇਆ, ਲਾਲ ਛਪਿਆ ਹੋਇਆ, ਇਹ ਗ੍ਰੀਨ ਛਪੇ ਹੋਏ ਨੇ, ਕਾਗਜ਼ 'ਚ ਫਰਕ ਹੈ। ਮਤਲਬ ਇਨਵੈਲਪ ਵੀ ਮੈਨੇ ਉਹਨਾਂ ਦੇ ਨਾਲ ਸ਼ੋਅ ਕੀਤੇ ਨੇ, ਪੋਸਟ ਕਾਰਡ ਵੀ ਕੀਤੇ ਨੇ, ਔਰ ਅਲੱਗ-ਅਲੱਗ ਕਲਰ ਦੇ ਵਿੱਚ ਅਲੱਗ-ਅਲੱਗ ਵੈਲਿਊ ਦੇ ਫਿੱਟ ਕੀਤੇ ਨੇ। ਤੇ 2 ਸਟੇਟਾਂ ਇਹ ਹੋ ਗਈਆਂ। ਅੱਗੇ ਫਿਰ ਇਹਨਾਂ ਨੂੰ ਕਹਿੰਦੇ ਨੇ ਜੀ ਪਿਕਚਰ ਪੋਸਟ ਕਾਰਡ। ਇਹ ਵੀ ਅੰਗਰੇਜ਼ਾਂ ਦੇ ਟਾਈਮ 'ਚ ਸੀਗੇ, ਰਿਆਸਤਾਂ ਦੇ ਟਾਈਮ 'ਚ। ਇਹ ਜਿਸ ਤਰ੍ਹਾਂ ਕੋਈ ਫਰਮ ਹੈ, ਕੋਈ ਪੰਸਾਰੀ ਦਾ ਬਹੁਤ ਬੜਾ ਵਪਾਰੀ ਹੈ, ਉਹਨਾਂ ਅਲੱਗ-ਅਲੱਗ ਛੋਟੇ ਵਪਾਰੀਆਂ ਦੁਕਾਨਦਾਰਾਂ ਨੂੰ ਮਾਲ ਵੇਚਦਾ, ਉਹਨਾਂ ਨੂੰ ਇਹ ਥਾ ਉਸ ਟਾਈਮ ਵੀ ਨਕਲੀ ਅਸਲੀ ਦਾ ਵੀ ਫਰਕ ਹੋਵੇ। ਕੋਈ ਫਰਮ ਦੇ ਨਾਮ ਤੇ ਫਰਮ ਹੋ ਗਈ, ਉਹ ਫਿਰ ਆਪਣੀਆਂ ਫੋਟੋਆਂ ਛਪਾਉਂਦੇ ਸੀਗੇ ਜੀ ਨਾਲ। ਇਹ ਜਦੋਂ ਫੋਟੋ ਵਾਲੇ ਪੋਸਟ ਕਾਰਡ ਚੱਲੇ ਆ ਜੀ, ਇਹ ਕਿੰਨੇ ਸੰਨ ਦੀ ਗੱਲ ਹੋਣੀ ਹੈ? ਇਹ ਲਗਭਗ ਰਿਆਸਤਾਂ ਦੇ ਟਾਈਮ 1947 ਤੋਂ ਪਹਿਲਾਂ ਦੀ ਗੱਲ ਹੈ ਜੀ। ਜੀ। 1947 ਅੰਗਰੇਜ਼ਾਂ ਦੇ ਟਾਈਮ ਦੀ ਉਹ ਗੱਲ ਹੈ, ਕਿਉਂਕਿ ਮੈਂ ਲਿਖਿਆ ਵੀ ਹੈ ਉੱਪਰ ਉਹਦੇ ਬ੍ਰਿਟਿਸ਼ ਇੰਡੀਆ ਪੀਰੀਅਡ, ਪਿਕਚਰ ਪੋਸਟ ਕਾਰਡ ਬ੍ਰਿਟਿਸ਼ ਇੰਡੀਆ ਪੀਰੀਅਡ ਐਂਡ ਪ੍ਰਾਈਵੇਟ ਇਸ਼ੂ। ਇਹ ਪ੍ਰਾਈਵੇਟ ਇਸ਼ੂ ਨੇ ਸਾਰੇ। ਉਹ ਆਪਣੀਆਂ ਫਰਮਾਂ ਦੇ ਉਹਨਾਂ ਨੇ ਆਪਣੇ ਨਾਮ ਲਿਖੇ ਨੇ, ਫਰਮ ਦਾ ਨਾਮ ਲਿਖਿਆ, ਆਪਣੀਆਂ ਫੋਟੋਆਂ ਛਪਾਈਆਂ ਨੇ। ਤੇ ਜਦੋਂ ਉਹਨਾਂ ਨੇ ਪਾਉਣਾ ਕਿਤੇ, ਉਹਦੇ 'ਤੇ ਟਿਕਟਾਂ ਅੰਗਰੇਜ਼ਾਂ ਵਾਲੀਆਂ ਲਾਈਆਂ, ਜਾਂ ਗਵਾਲੀਅਰ ਦੀ ਓਵਰ ਪ੍ਰਿੰਟ ਵਾਲੀ ਟਿਕਟ ਲਾਈ, ਟਿਕਟ ਲਾ ਕੇ ਉਹਨਾਂ ਨੇ ਪੋਸਟ ਕਾਰਡ ਘੱਲਤਾ। ਮਤਲਬ ਆਪਣੀ ਛਪਾ ਲਈ, ਆਪਣੀ ਮਸ਼ਹੂਰੀ ਵੀ ਕਰ ਲਈ ਉਹਨਾਂ ਨੇ, ਆਪਣੀ ਫਰਮ ਦਾ ਨਾਮ ਵੀ ਹੋ ਗਿਆ, ਆਪਣੀ ਫੋਟੋ ਵੀ ਹੋ ਗਈ, ਅਸਲੀ ਨਕਲੀ ਦਾ ਵੀ ਪੂਰਾ ਹੋ ਗਿਆ, ਔਰ ਸਰਕਾਰ ਦੇ ਜਿਹੜੀ ਮਾਨਤਾ ਹੈ ਪੋਸਟ ਕਾਰਡ ਦੀ ਉਹ ਵੀ ਪੂਰੀ ਕਰਤੀ ਉਹਨਾਂ ਨੇ। ਜੀ। ਇਸ ਤਰ੍ਹਾਂ ਹੀ ਅੱਗੇ ਪਿਕਚਰ ਪੋਸਟ ਕਾਰਡ, ਇਹ ਪਿਕਚਰ ਪੋਸਟ ਕਾਰਡ ਦਾ ਹੀ ਮੈंने ਪੂਰਾ ਫਰੇਮ ਬਣਾਇਆ। ਉਹਦੇ 'ਚ ਉਹ ਇੰਡੀਆ ਫਿਲੈਟਲੀ ਐਗਜ਼ੀਬਿਸ਼ਨ ਹੋਈ ਸੀ ਦਿੱਲੀ 'ਚ 1999 'ਚ। ਉਸ ਮੌਕੇ 'ਤੇ ਹਿੰਦੁਸਤਾਨ ਦਾ ਜਿਹੜਾ ਪੋਸਟਲ ਵਿਭਾਗ ਹੈ, ਉਹਨਾਂ ਨੇ ਇੱਕ 5 ਪੋਸਟ ਕਾਰਡਾਂ ਦਾ ਸੈੱਟ ਕੱਢਿਆ ਸੀਗਾ। ਪੋਸਟ ਕਾਰਡ ਦੀ ਕੀਮਤ ਉਸ ਟਾਈਮ ਮੇਰੇ ਖਿਆਲ 'ਚ ਵੱਧ ਤੋਂ ਵੱਧ 25 ਪੈਸੇ ਸੀਗੀ, ਔਰ ਇਸ ਦੀ 4 ਰੁਪਏ ਰੱਖੀ ਹੈ ਕੀਮਤ। ਕਿਉਂ? ਇਹ ਬਾਈ ਏਅਰ ਕੱਢਿਆ। ਬਾਈ ਏਅਰ ਅਗਰ ਬਾਹਰ ਕਿਸੇ ਨੂੰ ਤੁਸੀਂ ਭੇਜਣਾ ਹੈ, ਉਹ ਪੋਸਟ ਕਾਰਡ ਹੈ। ਔਰ ਹਿੰਦੁਸਤਾਨ ਦੇ ਜਿਹੜੀਆਂ ਖਾਸ, ਜਿਸ ਤਰ੍ਹਾਂ ਲਾਲ ਕਿਲ੍ਹਾ ਹੈ, ਜਾਂ ਉੱਥੇ ਦਾ ਜੈਪੁਰ ਦਾ ਹਵਾ ਮਹਿਲ ਹੈ, ਇਸ ਤਰ੍ਹਾਂ ਦੀਆਂ ਜਿਹੜੇ ਖਾਸ 5 ਧਰੋਹਰ ਸੀਗੇ, ਉਹਨਾਂ ਦੀਆਂ ਫੋਟੋਆਂ ਛਾਪੀਆਂ ਨੇ ਇਹਨਾਂ 'ਤੇ। ਬਾਈ ਏਅਰ ਮੇਲ ਬਣਾਇਆ ਇਹ, ਔਰ 4 ਰੁਪਏ ਦੀ ਕੀਮਤ। ਇਹ ਦਿੱਲੀ ਜਿਹੜੀ ਐਗਜ਼ੀਬਿਸ਼ਨ ਲੱਗੀ ਸੀ
1999 ਚ ਉਸ ਮੌਕੇ ਤੇ ਰਿਲੀਜ਼ ਕੀਤਾ ਗਿਆ ਸੀਗਾ ਇਹ। ਇਸ ਤੋਂ ਥੱਲੇ ਜਿਹੜੇ 2 ਪੋਸਟ ਕਾਰਡ ਲਾਏ ਹੋਏ ਨੇ ਇਹ ਲਾਈਫ ਇੰਸ਼ੋਰੈਂਸ ਬੀਮਾ ਕੰਪਨੀ ਵਾਲਿਆਂ ਦੇ ਨੇ। ਬੀਮਾ ਕੰਪਨੀ ਨੇ ਆਪਣੇ ਪੋਸਟ ਕਾਰਡ ਛਪਾਏ ਸੀਗੇ, ਉਹ ਟਿਕਟ ਲਾਉਂਦੇ ਸੀਗੇ, ਅੱਗੇ ਭਾਰਤ ਸਰਕਾਰ ਦੀ ਮੋਹਰ ਲੱਗੀ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਮਤਲਬ ਇੱਕ ਕੋਈ ਇਹ ਨਾ ਕਹਿ ਸਕੇਗਾ ਜੀ ਬੀਮੇ ਵਾਲਿਆਂ ਦੇ ਵੀ ਪੋਸਟ ਕਾਰਡ ਸੀਗੇ, ਉਹ ਵੀ ਮੈਂ ਦਿਖਾਏ ਹੋਏ ਆ ਇੱਥੇ, ਠੀਕ ਹੈ, ਲਾਏ ਹੋਏ ਆ। ਹੁਣ ਗੱਲ ਕਰਾਂਗੇ ਜੀ ਆਪਾਂ ਰਿਪਬਲਿਕ ਇੰਡੀਆ ਦੀ। ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ, ਸਾਰਿਆਂ ਨੂੰ ਪਤਾ ਹੈ ਕਿ 1947 ਚ ਭਾਰਤ ਆਜ਼ਾਦ ਹੋ ਗਿਆ, ਪਰ 1947 ਚ ਆਪਣਾ ਪੋਸਟ ਕਾਰਡ ਨਹੀਂ ਆਇਆ। ਪੋਸਟ ਕਾਰਡ 1950 ਚ ਆਇਆ ਜਦ ਆਪਣਾ ਸੰਵਿਧਾਨ ਲਾਗੂ ਹੋ ਗਿਆ। 1950 ਤੱਕ ਅੰਗਰੇਜ਼ਾਂ ਦੇ ਚੱਲੇ। ਆਪਣਾ ਜਿਹੜਾ ਪੋਸਟ ਕਾਰਡ ਆਇਆ 1950 ਚ, ਉਹ ਪਹਿਲਾ ਪੋਸਟ ਕਾਰਡ, ਉਹਦੀ ਕੀਮਤ 6 ਪੈਸੇ ਲਿਖੀ ਹੋਈ ਹੈ ਜੀ, ਯਾਨੀ ਕਿ 6 ਪੈਸੇ ਹੈ, ਔਰ ਉਹਦੇ ਤੇ ਅਸ਼ੋਕਾ ਦੀ ਫੋਟੋ ਹੈ ਆਪਣੀ ਲੱਗੀ ਹੋਈ। ਅਸ਼ੋਕਾ ਸਤੰਭ ਜਿਹੜਾ ਹਰ ਜਗ੍ਹਾ ਸਰਕਾਰੀ ਆਪਣਾ ਜਿਹੜਾ ਰਾਸ਼ਟਰੀ ਨਿਸ਼ਾਨ ਹੈ ਜਿਹੜਾ, ਉਹਦੀ ਫੋਟੋ ਲੱਗੀ ਹੋਈ ਹੈ। 6 ਪੈਸੇ ਤੋਂ ਹੌਲੀ ਹੌਲੀ ਵੱਧਦਾ ਗਿਆ, 9 ਪੈਸੇ, 10 ਪੈਸੇ ਹੋਇਆ, 10 ਪੈਸੇ ਤੋਂ 15 ਪੈਸੇ ਹੋਇਆ। ਉਹ ਜਿਉਂ ਵਧਿਆ ਔਰ ਉਹਦੇ ਉੱਪਰ ਫੋਟੋਆਂ ਬਦਲੀਆਂ, ਜਿਹੜੀ ਫੋਟੋ ਬਦਲਦੀ ਗਈ, ਜਿੰਨੀ ਕੀਮਤ ਬਦਲਦੀ ਗਈ, ਉਹ ਮੈਂ ਉਸ ਹਿਸਾਬ ਨਾਲ ਸਾਰੇ ਪੋਸਟ ਕਾਰਡ ਉਹ ਫਰੇਮ 'ਚ ਲਾਏ ਨੇ ਜੀ। ਅੱਗੇ ਆ ਕੇ ਫਿਰ ਕੀਮਤ ਹੋਰ ਵੱਧ ਗਈ, 10 ਪੈਸੇ ਹੋ ਗਈ, 10 ਪੈਸਿਆਂ ਤੋਂ 15 ਪੈਸੇ ਹੋ ਗਈ, ਉਹ ਉਸ ਹਿਸਾਬ ਨਾਲ ਉਹ ਇਸ ਫਰੇਮ 'ਚ ਸਾਰੇ ਲਾਏ ਨੇ। ਰੰਗ ਬਦਲ ਗਿਆ ਅਸ਼ੋਕੇ ਦਾ, ਲਾਲ ਰੰਗ 'ਚ ਵੀ ਛਪਿਆ ਤੇ ਹੋਰ ਦੂਸਰੇ ਕਲਰ ਬਦਲ ਗਏ, ਉਹਦੇ 'ਚ ਵੀ ਛਪਿਆ, ਬਰਾਊਨ ਕਲਰ 'ਚ ਵੀ ਛਪਿਆ, ਲਾਈਟ ਔਰ ਡਾਰਕ ਛਪਿਆ, ਬਰਾਊਨ ਕਲਰ 'ਚ, ਗ੍ਰੀਨ 'ਚ ਛਪਿਆ। ਕੀਮਤਾਂ ਵਧੀਆਂ, ਉਹ ਸਾਰੇ ਮਤਲਬ ਹਰ ਤਰ੍ਹਾਂ ਦਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਅੱਗੇ ਆ ਗਏ ਫਿਰ ਸ਼ੇਅਰ ਵਾਲੇ ਪੋਸਟ ਕਾਰਡ। ਇਹ 15 ਪੈਸੇ ਤੋਂ ਸਟਾਰਟ ਹੋਇਆ ਸੀਗਾ ਜੀ, ਕੀਮਤ ਇੱਥੇ ਆ ਕੇ ਵੱਧ ਗਈ ਸੀਗੀ। 15 ਪੈਸਿਆਂ ਤੋਂ 25 ਪੈਸੇ ਤੱਕ ਚੱਲਿਆ ਜੀ ਇਹ। 15 ਪੈਸੇ ਵਾਲਾ ਆਇਆ, 25 ਪੈਸੇ ਵਾਲਾ ਆਇਆ। ਔਰ ਇਹ ਜੀ ਦੇਖਣ ਵਾਲੀ ਚੀਜ਼ ਇਹ ਹੈ ਕਿ ਇਹਨਾਂ ਦੇ ਨਾਲ ਸ਼ੇਅਰ ਦੇ ਆਕਾਰ ਵੀ ਬਦਲਦੇ ਰਹੇ। ਕਿਸੇ ਦੇ ਸ਼ੇਅਰ ਛੋਟਾ ਛਪਿਆ ਹੋਇਆ, ਕਿਸੇ ਦੇ ਸ਼ੇਅਰ ਵੱਡਾ ਛਪਿਆ ਹੋਇਆ। ਉਹ ਉਸ ਹਿਸਾਬ ਨਾਲ ਅਗਰ ਤੁਸੀਂ ਦੇਖੋਗੇ ਕਲਰ 'ਚ ਫਰਕ ਪਿਆ, ਸ਼ੇਅਰ ਕਿਸੇ ਹੋਰ ਰੰਗ 'ਚ ਛਪਿਆ, ਕਿਤੇ ਗ੍ਰੀਨ ਰੰਗ 'ਚ, ਕਿਤੇ ਡਾਰਕ ਛਪਿਆ, ਕਿਤੇ ਲਾਈਟ ਛਪਿਆ ਹੋਇਆ, ਉਹ ਹਰ ਤਰ੍ਹਾਂ ਦਾ। ਅੱਛਾ, 2 ਜਗ੍ਹਾ ਪੋਸਟ ਕਾਰਡ ਦਾ ਕਲਰ ਹੀ ਚੇਂਜ ਹੋਇਆ, ਗ੍ਰੀਨ ਬਣ ਗਿਆ ਜਾਂ ਦੂਸਰਾ ਬਣ ਗਿਆ। ਮਤਲਬ ਇਸ ਹਿਸਾਬ ਨਾਲ ਜਿੰਨੇ ਵੀ ਫਿਰ ਸ਼ੇਅਰ ਦੇ ਮਾਰਕੇ ਵਾਲੇ ਆਏ, ਉਹ ਸਾਰੇ ਦੇ ਸਾਰੇ ਮੰਨੇ ਕੀਮਤ ਦੇ ਹਿਸਾਬ ਨਾਲ 15 ਪੈਸਿਆਂ ਤੋਂ 25 ਪੈਸੇ ਤੱਕ ਜਿਹੜੇ ਆਏ, ਉਹ ਸਾਰੇ ਇੱਕ ਫਰੇਮ 'ਚ ਲਾਏ ਹੋਏ ਨੇ। ਵਿੱਚ ਪੋਸਟ ਕਾਰਡਾਂ 'ਤੇ ਅਸੀਂ ਦੇਖ ਰਹੇ ਹਾਂ ਜੀ ਕੋਈ ਪ੍ਰਾਈਵੇਟ ਕੰਪਨੀਆਂ ਦੀ ਐਡ ਵੀ ਲੱਗੀ ਹੋਈ, ਐਡਵਰਟੀਜ਼ਮੈਂਟ ਵੀ ਆ। ਲਾਈਫ ਬੋਏ ਦਾ ਦੇਖ ਰਹੇ ਹਾਂ ਅਸੀਂ, ਘੜੀ ਦਾ ਦੇਖ ਰਹੇ ਹਾਂ, ਡਿਟਰਜੈਂਟ ਪਾਊਡਰ ਦਾ। ਇਹ ਸਰਕਾਰ ਨਾਲ ਹੋਇਆ ਜੀ, ਪੋਸਟਲ ਡਿਪਾਰਟਮੈਂਟ ਵਾਲਿਆਂ ਨੇ ਫਿਰ ਇਹ ਇੱਕ ਸਕੀਮ ਕੱਢੀ ਸੀਗੀ ਵੀ ਜਿਹੜਾ ਕੋਈ ਆਪਣੀ ਐਡ ਦੇਣਾ ਚਾਹੇ, ਉਹ ਪੋਸਟ ਕਾਰਡ 'ਤੇ ਅਸੀਂ ਪਤੇ ਵਾਲੀ ਜਗ੍ਹਾ ਉੱਪਰ ਜਿੱਥੇ ਸ਼ੇਅਰ ਛਪਿਆ ਹੋਇਆ ਉਹਦੇ ਬਰਾਬਰ ਅਸੀਂ ਇਹ ਐਡ ਤੁਹਾਡੀ ਛਾਪ ਸਕਦੇ ਹਾਂ। ਸਰਕਾਰ ਨੂੰ ਇਨਕਮ ਦਾ ਮਤਲਬ ਹੁੰਦਾ, ਉਹ ਫਰਮਾਂ ਤੋਂ ਪੈਸੇ ਲੈਂਦੇ ਸੀਗੇ, ਉਹ ਐਡ ਛਾਪ ਦਿੰਦੇ ਸੀ। ਐਡ ਵਾਲੇ ਹੋਰ ਅੱਗੇ ਆਉਣਗੇ, ਤੁਹਾਨੂੰ ਮੈਂ ਹੋਰ ਦਿਖਾਊਂਗਾ ਜੀ। ਇਹ ਜਿੰਨੇ ਪੋਸਟ ਕਾਰਡ ਲਾਏ ਨੇ ਜੀ ਇਸ ਫਰੇਮ 'ਚ ਬੰਨੇ, ਇਹ ਸਾਰੇ ਐਡ ਵਾਲੇ ਨੇ। ਔਰ ਪੋਸਟ ਕਾਰਡ ਭਾਰਤ ਸਰਕਾਰ ਨੇ ਛਾਪਿਆ, ਔਰ ਨਾਲ ਕੋਈ ਨਾ ਕੋਈ ਐਡ ਲੱਗੀ ਹੋਈ ਹੈ। ਸੀਮੈਂਟ ਦੀ ਐਡ ਵੀ ਮਿਲੇਗੀ ਇਹਦੇ 'ਚ ਤੁਹਾਨੂੰ, ਹੋਰ ਅਲੱਗ-ਅਲੱਗ ਤਰ੍ਹਾਂ ਦੀਆਂ ਵੀ ਐਡਾਂ, ਉਹ ਸਾਰੇ ਐਡ ਵਾਲੇ ਪੋਸਟ ਕਾਰਡ ਨੇ ਜੀ। ਇੱਥੇ ਖਾਸ ਦੱਸਣ ਵਾਲੀ ਇੱਕ ਚੀਜ਼ ਇਹ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਪਹਿਲਾ ਪੋਸਟ ਕਾਰਡ ਚੱਲਿਆ ਸੀ 1879 'ਚ ਚੱਲਿਆ ਸੀਗਾ। 1979 ਦੇ ਵਿੱਚ 100 ਸਾਲ ਹੋ ਗਿਆ ਸੀ ਪੋਸਟ ਕਾਰਡ ਚੱਲਦਿਆਂ ਨੂੰ। ਭਾਰਤ ਸਰਕਾਰ ਨੇ ਉਸ ਦੀ ਜਿਹੜੀ 100 ਸਾਲਾ ਸੈਂਚਰੀ ਜਿਹੜੀ ਮਨਾਈ ਸੀਗੀ ਪੋਸਟ ਕਾਰਡ ਦੀ, ਅਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਟਿਕਟ ਜਾਰੀ ਕੀਤਾ, ਇੰਡੀਆ ਗੌਰਮੈਂਟ ਨੇ। ਉਹ ਟਿਕਟ ਦੇ ਵਿੱਚ ਫਸਟ ਪੋਸਟ ਕਾਰਡ ਜਿਹੜਾ ਚੱਲਿਆ ਸੀ ਵਿਕਟੋਰੀਆ ਕੁਈਨ ਵਾਲਾ, ਉਸ ਦੀ ਫੋਟੋ ਛਾਪੀ। ਅਤੇ 100 ਸਾਲ ਬਾਅਦ ਜਿਹੜਾ ਹੁਣ 1979 ਦੇ ਵਿੱਚ ਪੋਸਟ ਕਾਰਡ 15 ਪੈਸੇ ਉਹਦੀ ਕੀਮਤ ਰੱਖੀ ਸੀਗੀ, ਨੀਚੇ ਉਹਦੀ ਫੋਟੋ ਛਾਪੀ। ਉਹ ਉਹਨਾਂ ਨੇ ਫਿਰ ਟਿਕਟ ਜਾਰੀ ਕੀਤੀ, ਔਰ ਉਸ ਮੌਕੇ 'ਤੇ 100 ਸਾਲ ਬਾਅਦ ਜਿਹੜਾ ਪੋਸਟ ਕਾਰਡ ਜਾਰੀ ਹੋਇਆ ਉਹ ਕੀਤਾ। ਮੈਨੇ ਉਹ ਟਿਕਟ ਦੇ ਮੁਤਾਬਕ ਪਹਿਲਾ ਪੋਸਟ ਕਾਰਡ ਵੀ ਲਾਇਆ, ਜਿਹੜਾ ਪਹਿਲਾ ਇਸ਼ੂ ਹੋਇਆ 1879 'ਚ। 1979 'ਚ ਜਿਹੜਾ ਪਹਿਲਾ ਟਿਕਟ ਪੋਸਟ ਕਾਰਡ ਜਾਰੀ ਹੋਇਆ ਉਹ ਵੀ ਲਾਇਆ ਹੋਇਆ। ਔਰ ਬੜੀ ਖੂਬੀ ਦੀ ਔਰ ਮਜ਼ੇ ਦੀ ਗੱਲ ਇਹ ਹੈ ਕਿ ਜਿਸ ਦਿਨ ਇਹ ਪੋਸਟ ਕਾਰਡ ਜਾਰੀ ਹੋਇਆ ਸਰਕਾਰੀ ਵਿਭਾਗ ਵੱਲੋਂ, ਉਸ ਦਿਨ ਦਾ ਹੀ ਪੋਸਟ ਕਾਰਡ ਹੈ, ਉਹ ਮੋਹਰ ਇਹਦੇ 'ਤੇ ਲੱਗੀ ਹੋਈ ਹੈ, ਔਰ ਉਹਦੇ 'ਤੇ ਲਿਖਿਆ 1879 1979। ਔਰ ਫਸਟ ਡੇ ਇਸ਼ੂ
ਬਾਕਾਇਦਾ ਇਹਦੇ ਉੱਪਰ ਮੋਹਰ ਲੱਗੀ ਹੋਈ ਹੈ ਫਸਟ ਡੇ ਇਸ਼ੂ ਦੀ। ਉਹ ਪੋਸਟ ਕਾਰਡ ਮੈंने ਲਾਇਆ ਪਹਿਲੇ ਦਿਨ ਜਿਹੜਾ ਸਰਕਾਰ ਨੇ ਇਸ਼ੂ ਕੀਤਾ, ਔਰ 15 ਪੈਸੇ ਇਹਦੀ ਕੀਮਤ ਰੱਖੀ। ਹਾਥੀ ਦੀ ਇਹਦੇ ਤੇ ਫੋਟੋ ਛਾਪੀ ਗਈ, ਐਲੀਫੈਂਟ ਹਾਥੀ ਤੋਂ ਮਤਲਬ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਕਿ 100 ਸਾਲ ਹੋ ਗਿਆ, ਤਾਕਤ ਦਿਖਾਈ ਗਈ ਹੈ ਪੋਸਟ ਕਾਰਡ ਦੀ ਕਿ ਅੱਜ ਪੋਸਟ ਕਾਰਡ ਜਿਹੜਾ ਹੈ ਸਾਡਾ 100 ਸਾਲ ਪੂਰਾ ਕਰ ਰਿਹਾ ਹੈ। ਤੇ ਦੋਨੇ ਇਸ਼ੂ ਲਾਏ ਨੇ, ਨਾਲ ਟਿਕਟਾਂ ਲਾ ਕੇ ਮੈंने ਉਹ ਪੂਰੇ ਦਾ ਪੂਰਾ ਇਹ ਬਲੌਗ ਬਣਾਇਆ ਹੈ। ਇਸ ਕਰਕੇ ਇਹ ਖਾਸ। ਇਹਦੇ ਨਾਲ ਇੱਕ ਗੱਲ ਹੋਰ ਦੱਸਦੇ ਹਾਂ ਕਿ ਦਿੱਲੀ ਤੋਂ ਆਜ਼ਾਦ ਹਿੰਦ ਉਰਦੂ ਵੀਕਲੀ ਅਖਬਾਰ ਨਿਕਲਦਾ ਸੀਗਾ, ਉਹਨਾਂ ਨੇ ਆਪਣੇ ਪੋਸਟ ਕਾਰਡ ਛਪਾਏ ਹੋਏ ਸੀਗੇ। ਔਰ ਇਹ 1947 ਤੋਂ ਪਹਿਲਾਂ ਦੀ ਗੱਲ ਹੈ, ਕਿਉਂਕਿ ਇਹਦੇ 40 ਤੋਂ 50 ਦੇ ਦਹਾਕੇ ਦਾ ਪੋਸਟ ਕਾਰਡ ਹੈ ਇਹ, ਕਿਉਂਕਿ 194 ਦਿਖਦਾ, ਬਾਕੀ ਅੱਗੇ ਹੱਥ ਨਾਲ ਜੋ ਵੀ 41 42 43 ਜਿਹੜਾ ਵੀ ਸਨ ਹੋਊਗਾ ਇਹ ਉਸ ਟਾਈਮ ਦਾ ਦਿੱਲੀ ਤੋਂ ਛਪਦਾ ਸੀ ਅਖਬਾਰ, ਬੱਲੀ ਮਾਰਾਂ ਤੋਂ। ਉਸ ਟਾਈਮ ਦਾ ਇਹ ਪੋਸਟ ਕਾਰਡ ਹੈ, ਉਸ ਅਖਬਾਰ ਵਾਲਿਆਂ ਦਾ ਪੋਸਟ ਕਾਰਡ ਹੈ, ਪ੍ਰਾਈਵੇਟ ਇਸ਼ੂ ਹੈ, ਔਰ ਇਹਦੇ ਪਰ ਵੀ ਟਿਕਟ ਲਾ ਕੇ ਇਹ ਚਲਾਇਆ ਜਾਂਦਾ ਸੀਗਾ। ਮੇਘਦੂਤ ਪੋਸਟ ਕਾਰਡ ਜਿਹੜੇ ਚੱਲੇ ਜੀ, ਉਹਨਾਂ ਦੀਆਂ 2-3 ਖੂਬੀਆਂ ਨੇ। ਇੱਕ ਤਾਂ ਸਰਕਾਰ ਨੇ ਉਹਦੀ ਕੀਮਤ ਵਧਾਈ, ਉਸ ਟਾਈਮ 25 ਪੈਸੇ ਕੀਮਤ ਰੱਖੀ। ਦੂਸਰੇ ਨੰਬਰ ਅਲੱਗ-ਅਲੱਗ ਚੀਜ਼ਾਂ ਤੇ ਉਹ ਪੋਸਟ ਕਾਰਡ ਕੱਢਣ ਦੀ ਉਹਨਾਂ ਦੀ ਸਰਕਾਰ ਦੀ ਸਕੀਮ, ਜਿਸ ਤਰ੍ਹਾਂ ਆਗਰੇ ਦਾ ਫਤਿਹਪੁਰ ਸਿਕਰੀ ਕਿਲ੍ਹਾ ਹੈ ਜਿਹੜਾ, ਉਸ ਕਿਲ੍ਹੇ ਦੀ ਫੋਟੋ ਛਾਪੀ ਗਈ। ਉਸ ਤੋਂ ਬਾਅਦ ਕੋਨਾਰਕ ਮੰਦਿਰ ਦੀ ਫੋਟੋ ਛਾਪੀ ਗਈ ਪੋਸਟ ਕਾਰਡ ਤੇ। ਹੋਮੀ ਭਾਭਾ ਬਹੁਤ ਬੜੇ ਸਾਇੰਟਿਸਟ ਹੋਏ ਨੇ, ਉਹਨਾਂ ਦੀ ਫੋਟੋ ਛਾਪੀ ਗਈ। ਤੇ ਉਹਨਾਂ ਨੇ ਇਹ ਪਬਲਿਕ ਵਾਸਤੇ ਇਹਦੀ ਇੱਕ ਸਾਈਡ ਲਿਖਣ ਵਾਸਤੇ ਦਿੱਤੀ, ਕਿਉਂਕਿ ਅੱਧੀ ਸਾਈਡ ਤਾਂ ਐਡਰੈਸ ਵਾਸਤੇ ਹੋ ਗਈ, ਔਰ ਅੱਧੀ ਸਾਈਡ 'ਚ ਸਰਕਾਰ ਨੇ ਕੋਈ ਨਾ ਕੋਈ ਐਡ ਛਾਪੀ, ਜਿਹਦੇ ਸਰਕਾਰੀ ਐਡਾਂ ਵੀ ਨੇ ਔਰ ਪ੍ਰਾਈਵੇਟ ਐਡ ਵੀ ਹੈ। ਇਹਦਾ ਨਾਮ ਰੱਖਿਆ ਗਿਆ ਮੇਘਦੂਤ ਪੋਸਟ ਕਾਰਡ, ਔਰ ਇਹ ਬਹੁਤ ਭਾਰੀ ਗਿਣਤੀ ਦੇ ਵਿੱਚ ਨਿਕਲੇ, ਔਰ ਇਹਦੀ ਕੀਮਤ 25 ਪੈਸਿਆਂ ਤੋਂ 50 ਪੈਸੇ ਤੱਕ ਗਈ। ਔਰ ਇਸ ਦੌਰਾਨ ਬਹੁਤ ਤਰ੍ਹਾਂ ਦੇ ਨਿਕਲੇ, ਜਿੰਨੇ ਤਰ੍ਹਾਂ ਦੇ ਨਿਕਲੇ ਮੈਂ ਵੱਧ ਤੋਂ ਵੱਧ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਜਿੰਨੇ ਤਰ੍ਹਾਂ ਦੇ ਵੀ ਨਿਕਲੇ ਨੇ ਇਹ ਸਾਰੇ ਤੁਹਾਨੂੰ ਅੱਗੇ ਮੇਘਦੂਤ ਦਿਖਣਗੇ ਵਿਦ ਐਡਵਰਟਾਈਜ਼ਮੈਂਟ, ਔਰ ਉੱਪਰ ਕਿਹੜੀ ਫੋਟੋ ਛਪੀ ਹੋਈ ਹੈ। ਰਥ ਮਹਾਬਲੀਪੁਰਮ ਮੰਦਿਰ ਦੀ ਹੈ, ਰਥ ਦੀ ਫੋਟੋ ਹੈ ਇਹਦੇ ਤੇ। ਤੇ ਉਸ ਤੋਂ ਬਾਅਦ ਫਤਿਹਪੁਰ ਸਿਕਰੀ ਦੀ, ਹੋਮੀ ਭਾਭਾ ਦੀ, ਉਹ ਸਾਰੇ ਦੇ ਸਾਰੇ ਪੋਸਟ ਕਾਰਡ ਤੁਹਾਨੂੰ ਇੱਥੇ ਮਿਲਣਗੇ। ਇਹ ਫਰੇਮ ਦੀ ਅਗਰ ਗੱਲ ਕਰੀਏ, ਇਹਦੇ 'ਚ ਤੁਹਾਨੂੰ ਮੇਘਦੂਤ ਪੋਸਟ ਕਾਰਡ ਵੀ ਮਿਲਣਗੇ ਐਡਵਰਟਾਈਜ਼ਮੈਂਟ ਵਾਲੇ। ਉਹਦੇ 'ਚ ਇਹਦੇ 'ਚ ਤੁਹਾਨੂੰ ਹਾਫ ਆਨੇ ਵਾਲੇ ਵੀ ਮਿਲਣਗੇ, 15 ਪੈਸੇ, 25 ਪੈਸੇ ਔਰ 50 ਪੈਸੇ ਤੱਕ ਦੇ ਮਿਲਣਗੇ। ਕਿਉਂਕਿ ਫਿਰ ਇਹ ਜਿਹੜੀ ਕਲੈਕਸ਼ਨ ਸੀਗੀ ਇਹ ਅਲੱਗ ਤਰ੍ਹਾਂ ਦੀ ਸੀ, ਇਹ ਫਿਰ ਮੈਨੂੰ ਇੱਕ 'ਚ ਲਾਣੇ ਪਏ। ਔਰ ਇਹਦੇ 'ਚ ਇੱਕ ਹੋਰ ਚੀਜ਼ ਹੈ ਕਿ ਮਹਾਤਮਾ ਗਾਂਧੀ ਦੀ ਫੋਟੋ ਵਾਲਾ ਪੋਸਟ ਕਾਰਡ ਵੀ ਮਿਲੇਗਾ ਤੁਹਾਨੂੰ। ਔਰ ਇੱਕ ਹੋਰ ਜਿਹੜੀ ਚੀਜ਼ ਦਿਖਾਉਣ ਵਾਲੀ ਹੈ, ਦੱਸਣ ਵਾਲੀ ਹੈ ਕਿ ਸਿੱਖਾਂ ਦੇ ਨਿਸ਼ਾਨਾਂ ਵਾਲੇ ਜਿਹੜੇ ਪੋਸਟ ਕਾਰਡ ਨੇ, ਉਹ ਵੀ ਪਟਨਾ ਸਾਹਿਬ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ 300 ਸਾਲਾ ਮਨਾਇਆ ਗਿਆ, ਉਸ ਟਾਈਮ ਸਰਕਾਰੀ ਕੈਂਸਲੇਸ਼ਨ ਦੀਆਂ ਜਿਹੜੀਆਂ ਮੋਹਰਾਂ ਲੱਗੀਆਂ ਉਹ ਸਿੱਖਾਂ ਦੇ ਨਿਸ਼ਾਨਾਂ ਵਾਲੀਆਂ ਲੱਗੀਆਂ, ਜਿਹੜੇ ਕਿ 2 ਪੋਸਟ ਕਾਰਡ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ। ਇਹ 2 ਪੋਸਟ ਕਾਰਡ ਇਸ ਤਰ੍ਹਾਂ ਦੇ ਨੇ। ਇਹ ਮੇਘਦੂਤ ਪੋਸਟ ਕਾਰਡ ਹੈ, ਇੱਕ ਗਾਂਧੀ ਜੀ ਵਾਲਾ ਪੋਸਟ ਕਾਰਡ ਹੈ, ਫੋਟੋ ਉਹਦੇ ਉੱਪਰ ਗਾਂਧੀ ਦੀ ਛਪੀ ਹੋਈ ਹੈ, 50 ਪੈਸੇ ਉਹਦੀ ਕੀਮਤ ਹੈ, ਔਰ ਉਹਦੇ ਉੱਪਰ ਉਹ ਨਿਸ਼ਾਨ ਸਿੱਖਾਂ ਵਾਲਾ ਹੈ। ਤੇ ਐਂਡ 'ਚ ਜਿਹੜੀ ਗੱਲ ਜਿੱਥੇ ਆ ਕੇ ਖ਼ਤਮ ਕਰਨ ਲੱਗਿਆ ਉਹ ਹੈ ਅੰਗਰੇਜ਼ਾਂ ਦੇ ਟਾਈਮ 'ਚ, ਬ੍ਰਿਟਿਸ਼ ਇੰਡੀਆ ਪੀਰੀਅਡ ਦੇ ਵਿੱਚ ਹੀ ਪ੍ਰਾਈਵੇਟ ਇਸ਼ੂ ਜਿਹੜੇ ਨਿਕਲੇ। ਇਹ ਉਹ ਇਸ਼ੂ ਨੇ ਜੀ ਜਿਹੜੇ ਬਹੁਤ ਵੱਡੀਆਂ ਫਰਮਾਂ ਸੀਗੀਆਂ, ਜਿਨ੍ਹਾਂ ਦੀ ਆਪਣੇ ਧਾਰਮਿਕ ਦੇਵੀ ਦੇਵਤਿਆਂ 'ਚ ਆਸਥਾ ਵੱਧ ਸੀਗੀ। ਉਹਨਾਂ ਨੇ ਆਪਣੇ ਪੋਸਟ ਕਾਰਡ ਛਪਾਏ, ਔਰ ਉਹਨਾਂ ਪਰ ਉਹਨਾਂ ਨੇ ਇਹਨਾਂ ਨੂੰ ਵੀ ਪਿਕਚਰ ਪ੍ਰਾਈਵੇਟ ਪੋਸਟ ਕਾਰਡ ਕਿਹਾ ਜਾਂਦਾ, ਪਿਕਚਰ ਪੋਸਟ ਕਾਰਡ ਪ੍ਰਾਈਵੇਟ ਇਸ਼ੂ ਨੇ, ਸਾਰੇ ਪਬਲਿਕ ਦੇ ਛਪਾਏ ਹੋਏ ਨੇ ਆਪਣੇ। ਔਰ ਇਹਨਾਂ ਪਰ ਦੇਵੀ ਦੇਵਤਿਆਂ ਦੀਆਂ ਫੋਟੋਆਂ ਜਾਂ ਧਾਰਮਿਕ ਚਿੰਨ੍ਹ ਮਿਲਣਗੇ ਤੁਹਾਨੂੰ, ਔਰ ਫਰਮਾਂ ਦੇ ਨਾਮ ਪ੍ਰਿੰਟ ਹੋਏ ਨੇ। ਇਹ ਸਾਰੇ ਜਿੰਨੇ ਵੀ ਪੋਸਟ ਕਾਰਡ ਤੁਹਾਨੂੰ 2 ਫਰੇਮਾਂ 'ਚ ਦਿਖ ਰਹੇ ਨੇ ਪ੍ਰਾਈਵੇਟ ਇਸ਼ੂ ਨੇ, ਔਰ ਇਹ ਉਹੀ ਅੰਗਰੇਜ਼ਾਂ ਦੀ ਟਿਕਟ ਲੱਗ ਕੇ ਇਹ ਪੋਸਟ ਕਾਰਡ ਚੱਲਦਾ ਸੀਗਾ। ਮਤਲਬ ਮੈਂ ਸਰਕਾਰ ਤੋਂ ਲੈ ਕੇ ਪ੍ਰਾਈਵੇਟ ਇਸ਼ੂ ਤੱਕ ਜਿੰਨੇ ਵੀ ਨੇ ਹਰ ਤਰ੍ਹਾਂ ਦਾ ਪੋਸਟ ਕਾਰਡ ਕਲੈਕਟ ਕੀਤਾ, ਔਰ ਇਹ ਕੋਸ਼ਿਸ਼ ਕੀਤੀ ਹੈ ਕਿ ਮੇਰੀ ਕਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਮੈਂ ਇਹ ਕਰ ਸਕਾਂ। ਦੋਸਤੋ, ਅਸੀਂ ਤੁਹਾਨੂੰ ਇਹ ਜੋ ਅੱਜ ਸ਼ੇਖ ਸਾਹਿਬ ਜੀ ਕੋਲੇ ਲੈ ਕੇ ਆਏ ਸੀ, ਜਿਨ੍ਹਾਂ ਨੇ ਇਹ ਸਾਰੇ ਪੋਸਟ ਕਾਰਡ ਇੰਡੀਆ ਦੇ ਜੋ ਆਪਣੇ ਕੋਲੇ ਸਾਂਭ ਕੇ ਰੱਖੇ ਹੋਏ ਨੇਗੇ, ਬੜੇ ਹੀ ਚੰਗੇ ਤਰੀਕੇ ਨਾਲ ਉਹਨਾਂ ਨੂੰ ਕਵਰ ਵੀ ਕੀਤਾ ਹੋਇਆ ਹੈਗਾ, ਉਹਨਾਂ ਦਾ ਰੱਖ ਰਖਾਵ ਵੀ ਕਰ ਰਹੇ ਨੇ, ਤੇ ਉਹਨਾਂ ਦੀ ਬੜੀ ਮਿਹਨਤ ਵੀ ਹੈ ਇਹਦੇ ਪਿੱਛੇ।
ਸੋ ਸ਼ੇਖ ਸਾਹਿਬ ਜੀ ਤੁਹਾਡਾ ਧੰਨਵਾਦ ਵੀ ਕਰਦੇ ਹਾਂ, ਤੁਸੀਂ ਸਾਨੂੰ ਇੰਨਾ ਲੰਬਾ ਸਮਾਂ ਦਿੱਤਾ ਤੇ ਸਾਰਾ ਜੋ ਤੁਹਾਡੇ ਕੋਲ ਕਲੈਕਸ਼ਨ ਸੀਗੀ ਇਹ ਤੁਸੀਂ ਇੱਥੇ ਉਰੇ ਮੌਲੀਵੁੱਡ ਦੇ ਵਿੱਚ ਲੈ ਕੇ ਵੀ ਆਏ ਹੋ ਜੀ। ਮੈਂ ਤੁਹਾਡਾ ਧੰਨਵਾਦ ਕਰਦਾ ਜੀ, ਤੁਸੀਂ ਟਾਈਮ ਛੱਡਿਆ ਔਰ ਆ ਕੇ ਮੇਰੇ ਨਾਲ ਗੱਲਬਾਤ ਕੀਤੀ। ਕੋਈ ਵੀ ਕਲੈਕਟਰ ਹੈ ਅਗਰ ਉਸ ਦੇ ਕਲੈਕਟ ਕਰਦਾ ਰਹੇ ਚੀਜ਼ ਔਰ ਘਰ ਰੱਖੀ ਜਾਵੇ ਤਾਂ ਕੋਈ ਫਾਇਦਾ ਨਹੀਂ ਹੈ। ਤਾਂ ਉਹਦੀ ਆਪਣੀ ਤਾਂ ਸੰਤੁਸ਼ਟੀ ਹੋ ਸਕਦੀ ਹੈ, ਮਗਰ ਉਹ ਕਿਤੇ ਨਾ ਕਿਤੇ ਫਿਰ ਵੀ ਉਹਦੇ ਦਿਲ 'ਚ ਇਹ ਗੱਲ ਅਟਕੀ ਰਹਿੰਦੀ ਹੈ ਵੀ ਯਾਰ ਇਹ ਪਬਲਿਕ ਤੱਕ ਪਹੁੰਚਾਵਾਂ ਮੈਂ ਇਸ ਨੂੰ, ਤੇ ਇਹ ਜਿਹੜਾ ਗਿਆਨ ਹੈ ਹੋਰ ਪਾਸੇ ਵੀ ਪਤਾ ਲੱਗੇ ਲੋਕਾਂ ਨੂੰ, ਹੋਰ ਕੁਝ ਲੋਕ ਵੀ ਕਲੈਕਟ ਕਰਨ ਲੱਗਣ। ਤੇ ਇੰਨੀ ਦਿਲਚਸਪੀ ਜਿਹੜੀ ਮੈਂ ਡੂੰਘਾਈ 'ਚ ਜਾ ਕੇ ਕਲੈਕਸ਼ਨ ਕੀਤੀ ਹੈ ਇਹ ਪਬਲਿਕ ਨੂੰ ਦੱਸਾਂ, ਤੇ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ। ਅਕਸਰ ਕੀ ਹੁੰਦਾ ਹੈ ਵੀਡੀਓ ਬਣਾਉਣ ਵਾਲੇ ਆਉਂਦੇ ਨੇ, ਆ ਕੇ 2-4 ਗੱਲਾਂ ਕੀਤੀਆਂ, ਕੈਮਰੇ 'ਚ ਚੀਜ਼ਾਂ ਘੁਮਾ ਕੇ, ਮਤਲਬ ਐਜੂਕੇਸ਼ਨਲ ਨਹੀਂ ਹੁੰਦਾ ਉਹ। ਤੁਸੀਂ ਬੜੇ ਚੰਗੇ ਢੰਗ ਨਾਲ ਇੰਟਰਵਿਊ ਲਿਆ, ਗੱਲਬਾਤ ਕਰੀ, ਪੂਰੀ ਨੌਲੇਜ ਦੇਣ ਦੀ ਕੋਸ਼ਿਸ਼ ਕੀਤੀ, ਇਸ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਤੁਸੀਂ ਇੰਨਾ ਟਾਈਮ ਲਾਇਆ ਤੇ ਬਹੁਤ ਮਿਹਰਬਾਨੀ ਤੁਹਾਡੀ ਜੀ। ਸ਼ੇਖ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ, ਸਾਨੂੰ ਇੰਨਾ ਲੰਬਾ ਸਮਾਂ ਦਿੱਤਾ। ਤੇ ਦੋਸਤੋ ਅਸੀਂ ਜਲਦ ਹੀ ਸ਼ੇਖ ਸਾਹਿਬ ਜੀ ਉਹਨਾਂ ਕੋਲੇ ਅਸੀਂ ਦੁਬਾਰੇ ਆਵਾਂਗੇ ਤੇ ਇਹਨਾਂ ਦੀ ਕਿਸੇ ਹੋਰ ਕਲੈਕਸ਼ਨ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ। ਇੱਕ ਦੋਸਤੋ ਅਸੀਂ ਇਹ ਵੀ ਤੁਹਾਨੂੰ ਦੱਸ ਦਈਏ ਜਿਹੜੀ ਜਗ੍ਹਾ ਤੇ ਖੜੇ ਆ ਇਹਦਾ ਨਾਮ ਹੈ ਮੌਲੀਵੁੱਡ। ਇਹ ਵੀ ਇੱਕ ਪੋਲੀਵੁੱਡ ਤੇ ਬਾਲੀਵੁੱਡ ਦੀ ਤੇ ਹਾਲੀਵੁੱਡ ਦੀ ਤਰ੍ਹਾਂ ਹੀ ਕਿਸੇ ਇੱਕ ਇਨਸਾਨ ਨੇ ਆਪਣੀ ਨਿੱਜੀ ਪ੍ਰਾਪਰਟੀ ਦੇ ਉੱਪਰ ਇੱਕ ਜਗ੍ਹਾ ਵਸਾਈ ਹੈ। ਉਹਨਾਂ ਦਾ ਇੱਕ ਸੁਪਨਿਆਂ ਦਾ ਆਪਾਂ ਪਿੰਡ ਕਹਿ ਲਈਏ ਜਾਂ ਉਹਨਾਂ ਦਾ ਆਪਣਾ ਇੱਕ ਡ੍ਰੀਮ ਕਹਿ ਲਈਏ, ਜੋ ਉਹਨਾਂ ਨੇ ਆਪਣੀ ਨੌਕਰੀ ਤੋਂ ਬਾਅਦੋਂ ਰਿਟਾਇਰ ਹੋ ਕੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਇੱਥੇ ਕੰਮ ਕਰ ਰਹੇ ਆ ਔਰ ਬਹੁਤ ਹੀ ਸੋਹਣਾ ਇਹ ਬਣਾਇਆ ਹੋਇਆ। ਇਹਦੇ ਦੇ ਵੀ ਅਸੀਂ ਜਲਦੀ ਤੁਹਾਨੂੰ ਇੱਕ ਵੀਡੀਓ ਅਸੀਂ ਦਿਖਾਵਾਂਗੇ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲੈਣਾ। ਇਸ ਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ। ਧੰਨਵਾਦ।